जो भी आ श्री राम ये लैके तुर रहा वीरो, ये सच की लड़ाई करके ये उत्ते कोई भी माड़ा जड़ा वा समा जड़ा वा वो भी जड़ा अपने आप वाहिगुरु उसनूं ठंड वरता के एक चंगे रस्ते वाल लैके वध रहा वीरो। और वीरो जड़ा ये संघर्ष मतलब 100 विचों 5% वीरो 95% की जां किसी दी दुकान की जां किसी सड़क की किसी भी जथेबंदी ने किसी भी संघर्षी ने नुकसान नहीं किया। जो भी नुकसान होया सरकार का ते किसानां दा आपस होया, आम जनता नूं किसी ने तंग नहीं किया। जे तंग किया तो मोदी सरकार दे जिहड़े पिट्ठू ही जां उत्थे जिहड़ी पुलिस ही उन्हें तंग किया वीरो। ये 2 महीने तो अपना समा लै रहे ही कि सानू एक रूट दो वीरो। जो रूट पक्का नहीं होया, एक रस्ता नहीं मिथया गया, इसे करके जड़ा इन्नी संगत जी सामने औखी हो गई। जे रूट पक्का होंदा तो उत्थे आपां सिक्योरिटी अपना वलंटियर ला के विरोध बाई आपां अपने संघर्ष नूं मोड़ लियाउंदे वीरो। आपां नूं एक रस्ता ना मिलण करके ही अपना उत्थे जड़ा भी आ भजना ठानू पई पहुंच गए वीरो। ਜਿਹੜਾ ਆਪ ਮਾਰੇ ਉੱਥੇ ਗਏ ਇਹਨਾਂ ਨੂੰ ਪਤਾ ਨਹੀਂ ਕਿ ਸੰਘਰਸ਼ ਕਿੱਦਾਂ ਲੜੀਦਾ ਕੀ ਕਰੀਦਾ, ਉਹਨਾਂ ਕੋਈ ਸੇਵਾ ਮੰਗਦਾ ਜੇ ਕੋਈ ਮੇਰੇ ਕੋਲ ਵੱਧ ਘੱਟ ਗੱਲ ਕੀਤੀ ਗਈ ਹੋਵੇ ਉਹ ਵੀ ਮੈਨੂੰ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ। ਆਪਾਂ ਨਫਰੀ ਵਧਾਵਾਂਗੇ, ਆਪਣੀ ਗਿਣਤੀ ਵਧਾਵਾਂਗੇ, ਉੱਥੇ ਆਪਣੇ ਸੰਘਰਸ਼ ਨੂੰ ਵੱਧ ਤੋਂ ਵੱਧ ਬਲ ਮਿਲੂਗਾ। ਇਹ ਕਰਕੇ ਭਰਾਵੋ ਆਪਣੀਆਂ ਰਾਜਨੀਤਿਕ ਪਾਰਟੀਆਂ ਨੂੰ ਛੱਡਦੇ ਹੋਏ ਆਪਣਾ ਇੱਕ ਸੰਘਰਸ਼ ਦੇ ਰੂਪ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਸਲਾਹ ਕਰਕੇ ਆਪਾਂ ਦਿੱਲੀ ਨੂੰ ਆਪਾਂ ਕੂਚ ਕਰੀਏ ਤਾਂ ਕੋ ਆਪਾਂ ਜੋ ਆਪਣਾ ਸੰਘਰਸ਼ ਚੱਲ ਰਿਹਾ ਵਾ ਉਹਦੇ ਵਿੱਚ ਆਪਾਂ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ। ਪਹਿਲੋਂ ਵੀ ਆਪਣੇ ਇਲਾਕੇ ਦੇ ਬੱਬ ਕਾਲਾ ਜੂਨ ਨੇ ਬਹੁਤ ਵਧੀਆ ਯੋਗਦਾਨ ਪਾਇਆ ਵਾ, ਬਹੁਤ ਡਿਸਪਲਿਨ ਨਾਲ ਉੱਥੇ ਆਪਣੀ ਡਿਊਟੀ ਨਿਭਾਈ ਆ ਤੇ ਗਾਂ ਵੀ ਅਸੀਂ ਆ ਕੇ ਆਪ ਅੱਗੇ ਬੇਨਤੀ ਕਰਦੇ ਆ ਜਿੰਨੇ ਵੀ ਇੱਥੋਂ ਜਾਣਾ ਵਾ ਭਰਾਵੋ ਤੇ ਇੱਥੇ ਸੰਘਰਸ਼ ਦੇ ਰੂਪ ਵਿੱਚ ਜਾਓ, ਆਪਣੇ ਨਾਂ ਲਿਖਾ ਕੇ ਜਾਓ। ਜੇ ਤੁਸੀਂ ਏਦਾਂ ਆਪਣੇ ਨਾਂ ਲਿਖਾ ਕੇ ਜਾਓਗੇ ਤੇ ਤੁਹਾਡੀ ਜਿਹੜਾ ਜਾਣ ਦਾ ਉੱਥੇ ਜਿਹੜੀ ਕੁਰਬਾਨੀ ਉਹਦਾ ਜ਼ਰੂਰ ਮੁੱਲ ਪਊਗਾ, ਕਿਉਂਕਿ ਇਹ ਲਿਸਟਾਂ ਬਣਦੀਆਂ ਬਕਾਇਦਾ, ਇਹ ਗਾਂ ਇਹ ਆਪਣਾ ਨੋਟ ਕੀਤੇ ਜਾਂਦੇ, ਇਤਿਹਾਸ ਬਣਦਾ ਵਾ। ਜੇ ਆਪਾਂ ਆਪ ਮੁਦਰੇ ਜਾਂਦੇ ਆ ਤੇ ਉਹਦਾ ਕੋਈ ਮੁੱਲ ਨਹੀਂ ਪੈਂਦਾ। ਇਹ ਕਰਕੇ ਆਪਾਂ ਨੂੰ ਸੰਘਰਸ਼ ਕਮੇਟੀ ਨੂੰ ਲਿਖਾ ਕੇ ਤੇ ਫਿਰ ਦਿੱਲੀ ਨੂੰ ਜਾਣਾ ਚਾਹੀਦਾ ਵਾ। ਸਾਨੂੰ ਪਤਾ ਲੱਗਾ ਵਾ ਕਿ ਹੁਣ ਕੱਲ ਨੂੰ ਵੀ ਕੁਝ ਟਰਾਲੀਆਂ ਆਪਣੇ ਇਲਾਕੇ 'ਚੋਂ ਜਾ ਰਹੀਆਂ ਵਾ। ਅਸੀਂ ਬੇਨਤੀ ਕਰਦੇ ਆ ਕਿ ਆਪਣੀ ਇਹ ਕਮੇਟੀ ਨਾਲ ਸੰਘਰਸ਼ ਕਮੇਟੀ ਨਾਲ ਰਾਬਤਾ ਕਰਕੇ ਜਾਣ। ਬਾਕੀ ਭਰਾਵੋ ਤੁਹਾਨੂੰ ਪਤਾ ਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੋਗਿੰਦਰ ਸਿੰਘ ਜੀ ਜਮਾਲਪੁਰ ਜਿਨ੍ਹਾਂ ਨੇ ਦਿੱਲੀ ਜੋ ਰੈਲੀ ਕੱਢੀ ਸੀ ਟਰੈਕਟਰ ਰੈਲੀ ਉਹਦੇ ਬਾਰੇ ਜਾਣਕਾਰੀ ਦਿੱਤੀ। ਮੈਂ ਵੀਰ ਜੀ ਇੱਕ ਬੇਨਤੀ ਕਰਾਂ ਕਿਉਂਕਿ ਅਸੀਂ ਵੀ ਉਸ ਦਿਨ 26 ਜਨਵਰੀ ਨੂੰ ਟਰੈਕਟਰ ਰੈਲੀ ਦੇ ਵਿੱਚ ਹਿੱਸਾ ਲਿਆ ਸੀਗਾ। ਤਕਰੀਬਨ 3 ਲੱਖ ਦੇ ਕਰੀਬ ਟਰੈਕਟਰ ਸੀਗਾ, ਕਿਉਂਕਿ ਜਦੋਂ ਅਸੀਂ ਵਾਪਸ ਜਿੱਥੋਂ ਚਾਲੂ ਕੀਤੀ ਸੀ ਟਰੈਕਟਰ ਰੈਲੀ ਜਦੋਂ ਵਾਪਸ ਆਏ ਸੀ ਤਾਂ ਉਸ ਤੋਂ ਮਗਰੋਂ ਵੀ ਲਾਈਨਾਂ ਲੱਗੀਆਂ ਹੋਈਆਂ ਸਨ। ਇੰਨੇ ਟਰੈਕਟਰ ਰੈਲੀ ਹੋਣ ਦੇ ਬਾਵਜੂਦ ਕਿਸੇ ਵੀ ਵੀਰ ਨੇ ਕਿਸਾਨ ਨੇ ਮੁਲਾਜ਼ਮ ਨੇ ਕੋਈ ਹਰਦੰਗਬਾਜ਼ੀ ਨਹੀਂ ਕੀਤੀ, ਕਿਉਂਕਿ ਇਹਨੇ ਇਕੱਠ ਦੇ ਵਿੱਚ ਚਲੋ ਇੱਕ ਆ ਦੁੱਕਾ ਘਟਨਾ ਹੋ ਜਾਂਦੀਆਂ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਕੋਈ ਵੀ ਉੱਥੇ ਇਹੋ ਜਿਹੀ ਘਟਨਾ ਨਹੀਂ ਵਾਪਰੀ। ਇਹ ਜੋ ਘਟਨਾ ਵਾਪਰੀ ਹੈ ਸਾਰੀ ਕੇਂਦਰ ਸਰਕਾਰ ਦੀ ਸ਼ਾਸਨ ਅਧੀਨ ਹੋਇਆ ਹੈ, ਕਿਉਂਕਿ ਕਿਸਾਨ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸਨ, ਲੋਕ ਉਹਨਾਂ ਦੇ ਫੁੱਲਾਂ ਦੀ ਵਰਖਾ ਵੀ ਕਰ ਰਹੇ ਸਨ। ਇਸ ਕਰਕੇ ਕਿਉਂਕਿ ਉੱਥੋਂ ਦੇ ਲੋਕ ਜੋ ਵਸਨੀਕ ਸਨ ਉਹਨਾਂ ਨੂੰ ਪਤਾ ਸੀ ਕਿ ਇਹ ਜੋ ਕਿਸਾਨ ਮਜ਼ਦੂਰ ਵੀਰ ਬੈਠੇ ਹਨ ਸਾਰੇ ਸ਼ਾਂਤੀ ਦੇ ਨਾਲ ਅੰਦੋਲਨ ਕਰ ਰਹੇ ਹਨ। ਬਾਕੀ ਸਰਕਾਰ ਦੀਆਂ ਬਹੁਤ ਕੁਝੀਆਂ ਚਾਲਾਂ ਹੁੰਦੀਆਂ ਹਨ ਕਿ ਇਸ ਨੂੰ ਆਪਾਂ ਕਿਸ ਤਰ੍ਹਾਂ ਬਦਨਾਮ ਕਰਨਾ ਹੈ ਤੇ ਉਹ ਉਹਨਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਕਿਸਾਨ ਮੁਲਾਜ਼ਮ ਮਜ਼ਦੂਰ ਏਕਤਾ ਜਿਹੜੀ ਸੀ ਉੱਥੇ ਦੇਖਣ ਨੂੰ ਮਿਲੀ ਆ। ਕਿਉਂਕਿ ਪਹਿਲਾਂ ਇੰਝ ਲੱਗਦਾ ਸੀਗਾ ਕਿ ਇਹ ਜੋ ਸੰਘਰਸ਼ ਹੈ ਫੇਲ ਹੋ ਜਾਏਗਾ, ਪਰ ਨਹੀਂ, ਮਹਾਰਾਜ ਦੀ ਇੰਨੀ ਕਿਰਪਾ ਹੋਈ ਹੈ ਕਿ ਸੰਘਰਸ਼ ਅੱਗੇ ਨੂੰ ਵੀ ਤੇਜ਼ ਹੋ ਚੁੱਕਾ ਹੈ। ਇਹ ਹੁਣ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਾਂ ਇੱਕ ਦੂਜੇ ਦਾ ਸਾਥ ਦੇ ਕੇ ਸੰਘਰਸ਼ ਨੂੰ ਮੋਢਾ ਦੇਣਾ ਹੈ, ਕਿਉਂਕਿ ਜੇ ਸੰਘਰਸ਼ ਨੂੰ ਮੋਢਾ ਦੇਵਾਂਗੇ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਕਿਸਾਨ ਮਜ਼ਦੂਰ ਮੁਲਾਜ਼ਮ ਵੀਰਾਂ ਨੂੰ ਤੇ ਇੱਕ ਦੂਜੇ ਦਾ ਸਾਥ ਦਿਓ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਓ। ਕਿਉਂਕਿ ਜੋ ਉੱਥੇ ਸੰਸਦ ਦੇ ਵਿੱਚ ਰਾਤੀ ਬਹਿਸ ਹੋਣ ਰਹੀ ਸੀ ਕਿ ਤੋਮਰ ਬਾਰ-ਬਾਰ ਇਹੀ ਕਹਿ ਰਿਹਾ ਸੀਗਾ
ਕਿ ਇਹਦੇ ਵਿੱਚ ਦੱਸੋ ਕਾਲਾ ਕੀ ਹੈ। ਪਰ ਉੱਥੇ ਜੋ ਡਿਬੇਟ ਕਰ ਰਿਹਾ ਸੀਗਾ ਉਹਨਾਂ ਕਿ ਬਈ ਹੈ ਤੇ ਚਿੱਟਾ, ਮੈਨੂੰ ਦੱਸੋ ਵੀ ਕਿਹੜਾ ਵਾ। ਇਹ ਹੈ ਤਾਂ ਸਾਰਾ ਕਾਲਾ ਹੀ ਹੈ ਨਾ। ਇਸ ਕਰਕੇ ਕੋਈ ਗੱਲ ਨਹੀਂ, ਕਿਉਂਕਿ ਜੋ ਸੰਘਰਸ਼ ਹੈ ਇਹ ਲੰਬੇ ਚੱਲਦੇ ਹਨ। ਕਿਉਂਕਿ ਜੇਕਰ ਆਪਾਂ ਨੂੰ ਤਾਂ ਹੀ ਆਉਂਦਾ, ਕਿਉਂ ਕੋਈ ਵੀ ਚੀਜ਼ ਸਾਨੂੰ ਸਬੰਧੀ ਮਿਲ ਜਾਵੇ ਨਾ ਤੇ ਉਹਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਜਿਸ ਤਰ੍ਹਾਂ ਸਾਨੂੰ ਹੁਣ ਦੱਸ ਕੇ ਗਿਆ ਜੋਗਿੰਦਰ ਸਿੰਘ ਜੀ ਭਈ ਜੇ ਕਾਲੇ ਕਾਨੂੰਨ ਪਾਸ ਹੋ ਜਾਂਦੇ ਹਨ ਤਾਂ ਜਿਹੜੀ ਅੱਜ ਕੱਲ੍ਹ ਹੀ ਇਹਨਾਂ ਅਡਾਨੀਆਂ ਬਾਨੀਆਂ ਦੇ ਮੌਲਾਂ ਦੇ ਵਿੱਚ ਜੋ 41 ਰੁਪਏ ਕਿਲੋ ਕਣਕ ਵਿਕ ਰਹੀ ਹੈ, ਤੇ ਜੇਕਰ ਇਹ ਕਾਨੂੰਨ ਪਾਸ ਹੋ ਗਏ ਤਾਂ ਤੁਸੀਂ ਸਮਝੋ ਵੀ ਇਹ ਜਿਹੜੀ 4000 ਹੁਣ ਵੀ ਉਦੋਂ 4000 ਨੂੰ ਮਿਲੇਗੀ ਕਿ 40 ਰੁਪਏ ਤੋਂ ਤਾਂ ਚੱਲੇਗੀ। ਇਸ ਕਰਕੇ ਅਸੀਂ ਜਿਹੜੇ ਕਿਸਾਨ ਮਜ਼ਦੂਰ ਜਾਂ ਮੁਲਾਜ਼ਮ ਵੀਰ ਵੀ ਆ ਉਹਨਾਂ ਨੂੰ ਬੇਨਤੀ ਕਰਦੇ, ਖਾਸ ਕਰਕੇ ਮੁਲਾਜ਼ਮਾਂ ਨੂੰ, ਕਿਉਂਕਿ ਜੇਕਰ ਕਾਲੇ ਕਾਨੂੰਨ ਪਾਸ ਹੋ ਜਾਂਦੇ ਹਨ ਤਾਂ ਜੋ ਮੁਲਾਜ਼ਮ ਹੈ ਸਾਰੇ ਹੀ ਠੇਕੇ 'ਤੇ ਰੱਖੇ ਜਾਣਗੇ। ਹੁਣ ਆਪਾਂ ਦੇਖ ਰਹੇ ਹਾਂ ਕਿ ਅੜਕੀ 450 ਆਸਾਮੀ ਜੋ ਨਿਕਲੀ ਸੀ ਬਿਜਲੀ ਬੋਰਡ ਦੇ ਵਿੱਚ, ਉਸ ਦੇ ਵਿੱਚੋਂ 50 ਸਿਰਫ ਪੰਜਾਬ ਦੇ ਵਿੱਚੋਂ ਰੱਖੇ ਹਨ ਤੇ 400 ਬੰਦਾ ਸਭ ਬਾਹਰਲੀਆਂ ਸਟੇਟਾਂ ਦਾ। ਕਿਉਂਕਿ ਇਹ ਜੋ ਸਾਡੀਆਂ ਸਰਕਾਰਾਂ ਹਨ, ਅੱਜ ਜੋ ਲੋਕਡਾਊਨ ਦੀ ਗੱਲ ਕਰ ਰਹੇ ਹਾਂ, ਦਿੱਲੀ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਕਿਸਾਨ ਬੈਠਾ ਸੀ, ਕਿਸੇ ਨੇ ਮੂੰਹ ਦੇ ਕੱਪੜਾ ਨਹੀਂ ਬੰਨਿਆ, ਉੱਥੇ ਕੋਈ ਕਰੋਨਾ ਨਹੀਂ ਆਇਆ। ਤੇ ਇਹ ਸੰਸਦ ਦੇ ਵਿੱਚ ਵੀ ਬੈਠੇ ਆ 2-2 ਫੁੱਟ ਦੀ ਦੂਰੀ ਦੇ, 4-4 ਫੁੱਟ ਦੀ ਦੂਰੀ ਦੇ, ਉੱਥੇ ਇਹਨਾਂ ਮੂੰਹ ਨੂੰ ਛਿੱਕੇ ਦਿੱਤੇ ਹੋਏ ਆ। ਤਾਂ ਕਹਿੰਦੀ ਕਰੋਨਾ ਕੋਈ ਚੀਜ਼ ਨਹੀਂ ਹੈ, ਸਿਰਫ ਕਰੋਨਾ ਲੋਕਾਂ ਦਾ ਮੂੰਹ ਬੰਦ ਕਰਨ ਵਾਸਤੇ ਸੀਗਾ ਕਿ ਇਹ ਬੋਲਣ ਨਾ, ਇਹ ਇਕੱਠ ਨਾ ਹੋਵੇ। ਤੇ ਇਸ ਕੇ ਹੁਣ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਵੀ ਇਕੱਠੇ ਹੋ ਕੇ ਆਪਾਂ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਦੇਣਾ। ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ, ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ, ਚੌਕੀਦਾਰ ਚੋਰ ਮੁਰਦਾਬਾਦ, ਚੌਕੀਦਾਰ ਚੋਰ ਮੁਰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਸੰਘਰਸ਼ ਕਮੇਟੀ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ। ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ ਵਾਪਸ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੇਰਾ ਕੱਢ ਕੇ ਜਾਵਾਂਗੇ ਸਾਰਾ ਵਹਿਮਨੀ, ਤੈਨੂੰ ਦੱਸ ਕੇ ਆਇਆ ਹੋ ਜਾ ਕੈਮਨੀ, ਤੇਰਾ ਕੱਢ ਕੇ ਜਾਵਾਂਗੇ ਸਾਰਾ ਵਹਿਮਨੀ, ਤੇਰੇ ਮਨ ਚ ਨਾ ਰਹਿ ਜੇ ਕੋਈ ਸ਼ੱਕ, ਦਿੱਲੀ ਨਹੀਂ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀ ਨਹੀਂ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀ ਨਹੀਂ ਲੈ ਕੇ ਮੁੜਾਂਗੇ। ਅਸੀਂ ਸੋਚਿਆ ਸੀ ਆ ਜਾਏਗੀ ਤੂੰ ਬਾਜਨੀ, ਅਸੀਂ ਸੋਚਿਆ ਸੀ ਆ ਜਾਏਗੀ ਤੂੰ ਬਾਜਨੀ, ਪਰ ਸੁਣੀ ਨਾ ਕਿਸਾਨਾਂ ਦੀ ਪੁਕਾਰਨੀ, ਪਰ ਸੁਣੀ ਨਾ ਕਿਸਾਨਾਂ ਦੀ ਪੁਕਾਰਨੀ, ਪੈ ਗਿਆ ਮਰਦਿਆਂ ਨੂੰ ਚੱਬਣਾ ਅੱਕ, ਦਿੱਲੀ ਨਹੀਂ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀ ਨਹੀਂ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀ ਨਹੀਂ ਲੈ ਕੇ ਮੁੜਾਂਗੇ। ਕਾਫਲੇ ਤੂਫਾਨਾਂ ਵਾਂਗੂ ਚੜੇ ਆਉਂਦੇ ਨੇ, ਕਾਫਲੇ ਤੂਫਾਨਾਂ ਵਾਂਗੂ ਚੜੇ ਆਉਂਦੇ ਨੇ, ਅੱਕੇ ਹੋਏ ਰੋਹ ਨਾਲ ਭਰੇ ਆਉਂਦੇ ਨੇ, ਅੱਕੇ ਹੋਏ ਰੋਹ ਨਾਲ ਭਰੇ ਆਉਂਦੇ ਨੇ, ਮੇਲਾਂ ਵਿੱਚੋਂ ਨਿਕਲ ਕੇ ਤੱਕ, ਦਿੱਲੀ ਨਹੀਂ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀ ਨਹੀਂ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀ ਨਹੀਂ ਲੈ ਕੇ ਮੁੜਾਂਗੇ। ਬੋਲੇ ਸੋ ਨਿਹਾਲ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਸਾਡੇ ਹੱਕ, ਸਾਡੇ ਹੱਕ, ਸਾਡੇ ਹੱਕ। ਮੋਦੀ ਸਰਕਾਰ, ਮੋਦੀ ਸਰਕਾਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬੀਬੀ ਪਰਮਜੀਤ ਜੀ, ਜਿਨ੍ਹਾਂ ਨੇ ਕਵਿਤਾ ਗਾ ਕੇ ਆਪ ਜੀ ਨੂੰ ਹਲਾਉਣਾ ਦਿੱਤਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਹੱਕ ਲੈਣੇ ਹਨ। ਤੇ
मैं अगे भी बेनती की सीगी कि आ किसान भी जो खड़े हैं कृपा करके बैठने की कृपालता कर। दोबारा फिर बेनती है कि साडे वलंटियर नूं बेनती है कि कृपा करके किसानां दे अगे हत्थ जोड़ के इन्हां नूं बैठण की कृपालता करन। बाकी साध संगत जी, ये जो काले कानून हैं, आप एक चपड़ासी की नौकरी लैनी होवे ना ते उस दे वास्ते सानू घट्टो घट्ट मैट्रिक पास होना लाजमी है। पर साडे जो मंत्री बनते हैं, MLA बनते हैं, इन्हां वास्ते योग्यता आउंदी है भी वध तो वध इन्हां ने क्राइम कीते होण, तां करके इन्हां नूं टिकटां दे के नवाजा जांदा है, क्योंकि इन्हां ने करनी हुंदी है गुंडागर्दी, क्योंकि राजनीति दे विच काम ने। इस करके राजनीति दे विच आउण वास्ते वध तो वध क्रिमिनल बंदियां दी जरूरत हुंदी है। ते साध संगत जी, आपां एक जरूरी बेनती है कि जिहड़े वीर पानी पी रहे हैं वो कृपा करके गिलास अपने कोल ही रखण, क्योंकि चाह भी बिल्कुल तैयार हो रही है, आपां इन्हां दे विच चाह पीनी है। ते बाकी वीर जी, मैं गल कर रहा सी कि चपड़ासी दी नौकरी लैण वास्ते सानू मैट्रिक जरूरी है, ते पर एक सिक्ख्या मंत्री बनने वास्ते साडे वास्ते कोई योग्यता जरूरी नहीं। एक खेतीबाड़ी मंत्री है, उन्होंने ये नहीं पता भी काले कानून की हैं कि किसान पिछले 4 महीनों तो लगातार कभी रेलों के धरने दे रहे हैं, कभी सड़कों के धरने दे रहे हैं, पर उहदे दिमाग से कोई असर नहीं। वो अजे भी कह रहा भी कि इन्हां विच दसो काला की है। बाकी साध संगत जी, किसान वीरों, जेकर मैं अगे भी बेनती की सीगी कि जेकर काले कानून पास हो जाते हैं तो ये जो साडे मुलाजम हैं ये भी ठेके ते रखे जाणगे। इन्हां दीयां भी तनख्वाहां 10-10, 15-15 हज़ार होणगीਆਂ, बल्कि लाख रुपया नहीं, क्योंकि उन्हां काम भी 12 घंटे लैणा ते पैसे भी घट देने हैं। इस करके ये जो काले कानून पास होने सारे वास्ते बहुत मारू हैं। मेरी ये बार बार यही बेनती है कि आपां नूं सारिਆਂ ਨੂੰ ਵੀਰਾਂ ਨੂੰ, ਭੈਣਾਂ ਨੂੰ, ਮੁਲਾਜ਼ਮਾਂ ਨੂੰ, मजदूरों को इकट्ठिया होकर ये काम करना चाहिए है, संघर्ष में हिस्सा लेना चाहिए, क्योंकि सब तो ज़्यादा मार है, पहला सब तो ज़्यादा जी मार पैनी मजदूर को पैनी है, आम तबके को पैनी है। क्योंकि जो किसान वीर हैं ये तो अपने वास्ते कणक भी बीज लैणगे, जवार भी बीज लैणगे, सरों भी बीज लैणगे, हल्दी भी बीज लैणगे, पर गरीब मजदूर जिहदे को मुश्किल दे नाल ही रहण वास्ते 2-3 मरले का घर होंदा है, वो कित्थे जाएगा, क्योंकि उसनों मजबूरी वस ही बाजार के विचों समान खरीदना पेगा। जिस तरह साडे मोदी कह रहे हैं कि मैं किसानों की आमदन दुगनी करनी है। साध संगत जी, मान लो अज किसान की आमदन 2000 है, ये 4000 कर देगा, जोड़ा मजदूर है उसकी 200 या 250 रुपये दिहाड़ी, वो किस तरह 500 कर देगा, क्योंकि मजदूरी तो लोगों ने देनी है। ये कानून थोड़ी पास कर सकता। इस करके साध संगत जी, अपना सारिਆਂ ਦਾ फर्ज बनता है कि वध तो वध संघर्ष विच योगदान पाइए, क्योंकि जो भी संघर्ष चलते हैं ना, ये संघर्षों तो बगैर कोई चीज़ मिलती नहीं, तो ना ही किसी ने दिती है। क्यों कहते हैं ना, कोई किसी को राज ना दे है, जो ले है निज बल से ले है। इस करके साध संगत जी, सानू शांति के नाल नाल संघर्ष भी करना बहुत जरूरी है। हुण आउणगे अमरीक सिंह जी जमालपुर, उन्होंने चरणों 'च बेनती है कि अमरीक सिंह जी जमालपुर आण के ते संगतां नूं संबोधन कर। अमरीक सिंह जी। वाहिगुरू जी का खालसा, वाहिगुरू जी की फतेह। बाबा बकाला जोन दे किसान मजदूर संघर्ष कमेटी के जुझारू वीरों सारिਆਂ ਨੂੰ दोबारा गुरु दी बनाई फतेह। वाहिगुरू जी का खालसा, वाहिगुरू जी की फतेह। संघर्ष ते पहलों भी बहुत होए आ, पर यह पहला संघर्ष वा जदों कि असीं सरकार दे कोलों कुछ मंग ही नहीं रहे। वेखो किहड़े किहड़े संघर्ष होए आ, किहड़ियां किहड़े लोग लड़े आ संघर्षां दे विच, सानू आह चाहीदा, सानू आह चाहीदा, ते आ पहला संघर्ष वा जिहदे विच असीं कुछ सरकार तो मंग ही नहीं रहे, ते साडे ते जबरदस्ती काले कानून बना के थोपे जा रहे आ। असीं इन्हां नूं थोपे होए जिहड़े कानून वा काले, असीं इन्हां नूं इहो कहने भी साडे कोल वापस लै लो।
ਤੇ ਵੇਖੋ ਉਹਦੇ ਵਿੱਚ ਸਾਨੂੰ ਕਮ ਸੋ ਕਮ 134 ਦਿਨ ਇੱਥੇ ਬੈਠੇ ਗਹਿਰੀ ਮੰਡੀ ਹੋ ਗਏ ਆ ਤੇ 74-75 ਦਿਨ ਸਾਨੂੰ ਦਿੱਲੀ ਬੈਠਿਆਂ ਨੂੰ ਹੋ ਗਏ ਆ ਤੇ ਇਹਨਾਂ ਦੇ ਉੱਤੇ ਸਰਕਾਰਾਂ ਦੇ ਉੱਤੇ ਕੋਈ ਕੰਨ ਤੇ ਜੂੰ ਨਹੀਂ ਸਰਕਣ ਡਈ। ਪਹਿਲੀ ਗੱਲ ਤੇ ਇਹਨਾਂ ਦਾ ਜਿਹੜਾ ਕਸੂਰ ਤੇ ਇਹਨਾਂ ਦਾ ਵੀ ਕੋਈ ਨਹੀਂਗਾ, ਕਿਉਂਕਿ ਅਸੀਂ ਚੋਣ ਨਹੀਂ ਚੰਗੀ ਕਰ ਸਕੇ। ਚੋਣ ਇਸ ਕਰਕੇ ਨਹੀਂ ਅਸੀਂ ਚੰਗੀ ਕਰ ਸਕੇ ਕਿ ਜਿਹੜਾ ਇੱਕ ਚਾਹ ਵੇਚਣ ਵਾਲੇ ਨੂੰ ਪਾ ਕੇ ਵੋਟਾਂ ਮੋਦੀ ਹੋਏ ਮੋਦੀ ਹੋਏ ਮੋਦੀ, ਇਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਚਾਹ ਵੇਚਣ ਵਾਲੇ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਵਾ। ਇਹ ਵੇਖੋ ਹੁਣ ਕਰਨ ਕੀ ਡਿਆ ਵਾ, ਇਹ ਕੀ ਕਰਨ ਡਿਆ ਵਾ। ਇਹ ਨਾ ਇਹਦਾ ਕੋਈ ਧੀ ਆ ਨਾ ਇਹਦਾ ਕੋਈ ਪੁੱਤ ਵਾ। ਇਹ ਕਰਨ ਕੀ ਡਿਆ ਵਾ, ਇਹ ਲੋਕਾਂ ਨਾਲ ਮਨ ਕੀ ਬਾਤ ਕਰਨ ਡਿਆ ਵਾ, ਲੋਕਾਂ ਦੇ ਨਾਲ ਮਨ ਕੀ ਬਾਤ ਕਰਨ ਡਿਆ। ਜਦੋਂ ਕਿ ਏਦਾਂ ਹੋਇਆ ਨਹੀਂ, ਜਿਹੜਾ ਆਮ ਸੰਸਾਰ ਦੇ ਵਿੱਚ ਵੇਖਿਆ ਹੋਣਾ ਆਪਾਂ, ਜਿਹੜਾ ਕੋਈ ਵੀ ਆ ਮਨ ਕੀ ਬਾਤ ਹਰ ਬੰਦਾ ਆਪਣੇ ਘਰ ਆਈ ਨਾ ਕਰਦਾ ਤੇ ਕੰਮ ਦੀ ਬਾਤ ਲੋਕਾਂ ਨਾਲ ਕਰਦਾ। ਓਏ ਸਾਡੇ ਨਾਲ ਕੋਈ ਕੰਮ ਦੀ ਗੱਲ ਕਰਨ ਨਹੀਂ ਗਿਆ, ਸਾਡੇ ਮੱਥੇ ਨਹੀਂ ਲੱਗਾ ਜੋ ਸੰਘਰਸ਼ ਸ਼ੁਰੂ ਹੋਇਆ। ਜੋ ਸੰਘਰਸ਼ ਸ਼ੁਰੂ ਹੋਇਆ ਵਾ ਇਹਨੇ ਸਾਡੇ ਮੱਥੇ ਨਹੀਂ ਲੱਗਾ। ਫਿਰ ਇਹ ਇੱਕ ਹੋਰ ਦੱਸੀ ਜਾਂਦਾ ਸਾਨੂੰ, ਕਹਿੰਦਾ ਮੈਂ ਤੇ ਫਕੀਰ ਆ, ਇਹ ਮੈਂ ਚੋਲਾ ਪਾ ਕੇ ਤੁਰਕੂ। ਹੁਣ ਇਹਨੂੰ ਹੋਰ ਕੰਮ ਫੜ ਲਿਆ ਵਾ, ਇਹਨੇ ਦਾੜੀ ਵਧਾ ਲਈ ਆ। ਇਹਦਾ ਇਰਾਦਾ ਸੀ ਵੀ ਮੈਂ ਭਗਵਾ ਚੋਲਾ ਪਾ ਕੇ ਲੋਕਾਂ ਦੇ ਵਿੱਚ ਬੱਲੇ ਬੱਲੇ ਕਰਾ ਲਾਂ। ਤੇ ਫਕੀਰ ਵੀ ਜਿਹੜੇ ਆ, ਇਹ ਫਕੀਰ ਵੀ ਕਹਿੰਦੇ ਵੀ ਤਿੰਨ ਕਿਸਮ ਦੇ ਹੁੰਦੇ ਆ। ਇੱਕ ਤੇ ਫਕੀਰੀ ਹੁੰਦੀ ਆ ਲੇਖ ਦੀ, ਇੱਕ ਫਕੀਰੀ ਹੁੰਦੀ ਆ ਭੇਖ ਦੀ, ਇੱਕ ਤੀਜੀ ਹੁੰਦੀ ਆ ਮੋੜ ਮੋੜ ਪਿੱਛਾ ਵੇਖਦੀ। ਇਹ ਫਕੀਰੀ ਭੇਖ ਦੀ ਬਣਾਉਣ ਨੂੰ ਫਿਰਨ ਡਿਆ ਵਾ ਬਾਹਰੋਂ। ਇਹ ਕਦੀ ਦੇ ਇਹ ਸਾਨੂੰ ਇਹ ਦੱਸਣ ਡਿਆ ਸੀ ਵੀ ਜਿਹੜਾ ਕੁੜਤਾ ਵਾ ਮੋਦੀ ਟੈਪ ਕੁੜਤਾ 10,000 ਦਾ। ਓਏ ਮੋਦੀ ਟੈਪ ਕੁੜਤਾ ਸਾਡੇ ਜਦੋਂ ਬਜ਼ੁਰਗ ਅਸੀਂ ਜਾਣੇ ਆ ਨਾ, ਜਿਹੜਾ ਤੂੰ ਕੁੜਤਾ ਪਾਈ ਫਿਰਦਾ ਵਾ, ਜਦੋਂ ਅਸੀਂ ਜਾਣੇ ਦਰਜੀ ਕੋ ਸੌਣ, ਸਾਡਾ 1 ਮੀਟਰ ਕੱਪੜਾ ਉਦਾਂ ਹੀ ਵੱਧ ਹੁੰਦਾ। ਦਰਜੀ ਕਹਿੰਦਾ ਤੁਹਾਨੂੰ ਬਤੂਈ ਬਣਾ ਦਈਏ ਬਾਪੂ ਜੀ। ਉਹ ਅਸੀਂ ਜਿਹੜੇ ਤੂੰ ਕੁੜਤੇ ਪਾਈ ਫਿਰਦਾ, ਅਸੀਂ ਤੇ ਉਦਾਂ ਹੀ ਦਰਜੀਆਂ ਤੋਂ ਬਤੂਈਆਂ ਬਣਾਉਂਦੇ ਆ। ਤੇ ਜਿਹੜਾ ਇਹ ਜਿਹੜਾ ਪਖੰਡ ਫੜਿਆ ਵਾ ਨਾ, ਤੇ ਇਹ ਚਾਹ ਵੇਚਦਾ ਚਾਹ ਵੇਚਦਾ ਦੇਸ਼ ਵੇਚ ਦੇਣ ਲੱਗਾ। ਦੇਸ਼ ਵੇਚ ਹੀ ਦਿੱਤਾ ਯਾਰ। ਤੇ ਇਹ ਵੇਚਦਿਆਂ ਤੇ ਇੱਕ ਪੁਰਾਣੇ ਕਈ ਵਾਰੀ ਘਰਾਂ ਦੇ ਵਿੱਚ ਗੱਲ ਹੁੰਦੀ ਨਹੀਂ ਵੀ ਗੰਗਾ ਉਲਟੀ ਵਹਿਣ ਲੱਪੀ। ਏਦਾਂ ਕਹਿੰਦੇ ਨੇ ਉਹਦੇ ਬਜ਼ੁਰਗ ਜੇ ਕੋਲ ਕੰਮ ਉਹੋ ਜਿਹਾ ਆ ਜਾਏ ਵੀ ਗੰਗਾ ਉਲਟੀ ਵਹਿਣ ਲੱਪੀ। ਗੰਗਾ ਦੀ ਰਵਾਤੀ ਉਲਟੀ, ਪਰ ਆ ਜਿਹੜੇ ਸਰਦਾਰ ਬੈਠੇ ਆ ਨਾ, ਸਰਦਾਰ ਇਹਨਾਂ ਨੇ ਬੋਦੀਆਂ ਫੜ ਲਈ ਜੇ। ਉਹ ਗੰਗਾ ਜਿਹੜੀ ਇਹਨੂੰ ਉਲਟੀ ਵਹਾਈ ਆ, ਇਹ ਪਹਿਲੋਂ 370 ਧਾਰਾ ਤੋੜਦੀ, ਫਿਰ ਕਦੀ ਕਰ ਲਿਆ, ਕਦੀ CA ਲਾਤਾ, ਕਦੇ NRC ਲਾਤੀ, ਤੇ ਹੁਣ ਇਹਨਾਂ ਸਾਡੀਆਂ ਜ਼ਮੀਨਾਂ ਨੂੰ ਹੱਥ ਪਾ ਲਿਆ। ਤੇ ਹੁਣ ਗਾੜੀ ਜਿਹੜੇ ਆ ਸ਼ੇਰ ਗਾੜੀ ਆ ਡਟ ਕੇ ਖਲੋਤੇ ਆ। ਹੁਣ ਨਹੀਂ ਉਹ ਨਿਕਲਦਾ ਅੰਦਰੋਂ ਬਾਹਰ, ਹੁਣ ਇਹ ਬਾਹਰ ਨਹੀਂ ਆਉਣ ਡਿਆ। ਇਹ ਲੋਕਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨ ਡਿਆ। ਤੇ ਇਹ ਉੱਥੇ ਸੰਘਰਸ਼ ਦੇ ਵਿੱਚ ਸਾਰੇ ਹੱਥ ਕੰਡੇ ਵਰਤ ਲਏ ਤੇ ਆਖਿਰਕਾਰ ਇਹਨੇ ਉਹਨਾਂ ਹੱਥ ਕੰਡਿਆਂ ਦੇ ਵਿੱਚ ਸਾਡੇ ਨਿਹੱਥੇ ਮਾਵਾਂ ਤੇ ਭੈਣਾਂ ਬੈਠਿਆਂ ਦੇ ਉੱਤੇ ਪੱਥਰ ਮਰਵਾਏ। ਵੇਖੋ ਐਡੀ ਮਤਲਬ ਕਿ ਗੜਕ ਦੀ ਸਰਕਾਰ ਆ, ਐਡਾ ਮਤਲਬ ਕਿ ਹੁਣ ਇਹ ਕਹਿਣ ਤੇ ਡਏ ਆ ਵੀ ਉਦਾਂ ਤੇ ਸਾਨੂੰ ਪਤਾ ਵਾ ਵੀ ਇਹ ਬਾਰਡਰ ਤੇ ਨਹੀਂ ਲਾ ਸਕਿਆ, ਇਹ ਵਾਰ ਨਹੀਂ ਲਾ ਸਕਿਆ। ਹੁਣ ਇਹਨੂੰ ਅੰਦਰ ਖਾਤੇ ਡਰ ਵਾ, ਜਿਹੜੇ ਆ ਕਿੱਲ ਠਕਾਉਣ ਡਿਆ ਨਾ, ਇਹਨੂੰ ਇਹ ਵੀ ਪਤਾ ਵਾ ਵੀ ਇਹ ਜੇ ਬਾਕੀ ਕੰਮ ਕਰ ਸਕਦੇ ਆ ਤੇ ਇਹਨਾਂ ਨੇ ਹੁਣ ਦਿੱਲੀ ਮੱਲਣੀ ਵੀ ਆ। ਤੇ ਇਹਨੂੰ ਪਹਿਲੋਂ ਇੱਥੇ ਬੈਠੀਆਂ ਕਹਿਣ ਡਏ ਆ, ਸਾਡੇ ਗੋਈਏ ਕਹਿਣ ਡਏ ਆ ਵੀ ਤੇਰੀ ਹਿੱਕੇ ਉੱਤੇ ਚੜ ਕੇ ਜਕਾਰੇ ਲਾਉਣਗੇ। ਲਾਏ ਜਾ ਕੇ ਦੀ ਹਿੱਕ ਤੇ ਚੜ ਕੇ ਜਕਾਰੇ ਕਿ ਨਹੀਂ? ਇਹ ਸਾਡੇ ਜਿਹੜੇ ਗੋਈਏ ਆ, ਇਹ ਸਾਡੀ ਗੁਰੂਆਂ ਦੀ ਕਿਰਪਾ ਵਾ। ਸਾਡੇ ਗੁਰੂ ਕਹਿੰਦੇ ਆ, ਮੇਰੇ ਪਾਤਸ਼ਾਹ ਪਤਾ ਕੀ ਕਹਿ ਗਏ ਆ? ਕਹਿੰਦਾ ਇਹ ਸਿੱਖਣ ਕੋ ਦਿਉ ਪਾਤਸ਼ਾਹੀਆਂ। ਅਸੀਂ ਤੇ ਪਹਿਲੋਂ ਹੀ ਪਾਤਸ਼ਾਹ ਵਾ, ਅਸੀਂ ਤੇ ਸੱਚੇ ਪਾਤਸ਼ਾਹ ਤੇ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਸਿਰ ਤੇ ਪੱਗਾਂ ਵਾ, ਤੇ ਇਹੋ ਹੀ ਤਾਜ ਆ ਸਾਡਾ, ਇਹੋ ਤਾਜ ਆ। ਅਸੀਂ ਸਰਦਾਰ ਵੀ ਅਸੀਂ ਤੇ ਸਰਕਾਰ ਵੀ ਅਸੀਂ, ਜਿੰਨਾ ਚਿਰ ਕਾਨੂੰਨ ਰੱਦ ਨਹੀਂ ਕਰਦਾ। ਇਹ ਜੇ ਕਾਨੂੰਨ ਰੱਦ ਕਰੂਗਾ ਤੇ ਇਹ ਫੇਰ ਵਾ, ਇਹ ਤਿੰਨੇ ਕਾਲੇ ਕਾਨੂੰਨ, ਚੌਥਾ ਬਿਜਲੀ ਸੋਧ ਬਿੱਲ 2020, ਪੰਜਵਾਂ ਪਰਾਲੀ ਵਾਲਾ ਐਕਟ, ਤੇ ਛੇਵਾਂ ਇਹ ਕਾਨੂੰਨ ਬਣਾਊਗਾ MSP ਦੇ 23 ਮੰਡੀਆਂ ਦਾ ਮੰਡੀਕਰਨ ਦਊਗਾ ਸਾਨੂੰ। ਇਹਨ ਦੇਣਾ ਵਾ। ਇਹ ਸਾਡੇ ਤੋਂ ਭੱਜ ਨਹੀਂ ਸਕਦਾ। ਪ੍ਰਧਾਨ ਮੰਤਰੀ ਜਨਤਾ ਦੇ ਨਾਲੋਂ ਵੱਡੇ ਨਹੀਂ ਗਏ, ਅਸੀਂ ਚੁਣ ਕੇ ਘਲਾਇਆ ਪ੍ਰਧਾਨ ਮੰਤਰੀ। ਇਹ ਗਲਤਫਹਿਮੀ ਆ, ਇਹਨਾਂ ਨੂੰ ਗਲਤਫਹਿਮੀ ਆ ਕਿ ਅਸੀਂ ਪ੍ਰਧਾਨ ਮੰਤਰੀ ਹੋ ਗਏ ਆ। ਤੇ ਇੰਨੀ ਜਨਤਾ ਜਿਹੜੀ ਆ ਇਹ ਕੋਈ ਕਮ ਸੋ ਕਮ 5 ਮਹੀਨਿਆਂ ਤੋਂ ਖਰਾਬ ਹੋਣ ਡਈ ਆ। ਤੇ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਨਾ, ਇਹ ਹੁਣ ਇਹ ਨਹੀਂਗਾ ਵੀ
ਇਹਨਾਂ ਦੇ ਉਹ ਜਿੱਦਾਂ ਆ ਗਈ ਉਹ ਕੋੜ ਕਿਰਲੀ ਹੁਣ ਮੂੰਹ ਦੇ ਵਿੱਚ ਕੋੜ ਕਿਰਲੀ ਆ ਗਈ। ਉਧਰ ਤੇ ਇਹਨਾਂ ਨੇ ਜਿਹੜੀਆਂ ਇਲੈਕਸ਼ਨਾਂ ਜਿੱਤੀਆਂ ਵਾ ਕਾਰਪੋਰੇਟ ਘਰਾਣਿਆਂ ਕੋਲ ਪੈਸਾ ਲੈ ਕੇ ਤੇ ਉਹਨਾਂ ਦੇ ਕਹਿਣ ਤੇ ਹੀ ਕਾਨੂੰਨ ਇਹ ਬਣਾਏ ਆ, ਸਾਡੇ ਦੇ ਥੋਪੇ ਆ ਤੇ ਇਹ ਸਾਡੇ ਦੇ ਥੋਪ ਕੇ ਕਾਨੂੰਨ ਸਾਡਾ ਲੜਨ ਤੇ ਕਿਸਾਨ ਡਿਆ ਵਾ। ਇਹ ਕੋਈ ਅਸੀਂ ਕਿਸਾਨ ਆਪਣੇ ਆਸਤੇ ਨਹੀਂ ਲਾਉਂਦੇ, ਅਸੀਂ ਕਿਸਾਨ ਜਿੰਨੇ ਆ ਅਸੀਂ ਆਪਣੇ ਆਸਤੇ ਨਹੀਂ ਲਾਉਂਦੇ, ਅਸੀਂ ਆਪਣੇ ਵਾਸਤੇ ਕਣਕ ਵੀ, ਗੁੜ ਵੀ, ਮਿਰਚ ਵੀ, ਹਰ ਸਬਜ਼ੀ ਪੈਦਾ ਕਰਕੇ ਅਸੀਂ ਖਾ ਸਕਦੇ ਆ। ਬਾਕੀ 80 ਕਰੋੜ ਗਰੀਬ ਜਨਤਾ ਮਾਰੀ ਜਾਣੀ ਜੇ ਇਹਨਾਂ ਬਿੱਲਾਂ ਦੇ ਨਾਲ। 80 ਕਰੋੜ ਜਿਹੜੀ ਜਨਤਾ ਵਾ ਹਰ ਥਾਲੀ ਦੇ ਵਿੱਚ ਜਿਹੜਾ ਐ ਟਾਈਮ 10 ਰੁਪਈਆ ਨਾਲ ਗੁਜ਼ਾਰਾ ਕਰਨ ਡਿਆ ਨਾ, ਹਰ ਬੰਦਾ ਉਹਦੀ ਥਾਲੀ ਦੇ ਵਿੱਚ 200 ਤੋਂ 300 ਰੁਪਏ ਤੱਕ ਉਹਦੀ ਥਾਲੀ ਚੱਲ ਜਾਣੀ ਆ ਜੇ ਇਹ ਕਾਨੂੰਨ ਲਾਗੂ ਹੋ ਗਏ। ਤੇ ਆ ਜਿਹੜੇ ਸੈਲੋ ਬਣਾ ਰਹੇ ਆ ਅਬਾਨੀ ਤੇ ਅਡਾਨੀ, ਜਿਹੜੇ ਸੈਲੋ ਜਿੰਨੇ ਵੀ ਬਣਾ ਰਹੇ ਆ, ਇਹਨਾਂ ਨੇ ਇਹਦੇ ਵਿੱਚ ਕਣਕ ਸਾਰੀ ਸਟੋਰ ਕਰਨੀ ਆ ਤੇ ਉਹ ਕਣਕ ਜਿਹੜੇ ਆ ਸਾਡੇ ਆਮ ਜਿਹੜੇ ਸ਼ਹਿਰੀ ਆ, ਆਮ ਜੋ ਵੀ ਆ ਗਰੀਬ ਆ, ਉਹਨਾਂ ਨੂੰ ਘੱਟੋ ਘੱਟ ਜਿਹੜੀ ਐਵੇਂ ਆਪਾਂ 25 ਰੁਪਏ ਕਿਲੋ ਆਟਾ ਲੈਣ ਡਏ ਆ, ਇਹਨਾਂ ਨੇ 250-300 ਰੁਪਏ ਨੂੰ ਕਿਲੋ ਆਟਾ ਦੇਣਾ ਵਾ। ਇਹ ਹਰ ਉਸ ਬੰਦੇ ਦੀ ਲੜਾਈ ਆ ਜਿਹੜਾ ਬੰਦਾ ਰੋਟੀ ਖਾਂਦਾ ਵਾ। ਇਹ ਰੋਟੀ ਖਾਣ ਵਾਲੇ ਦੀ ਲੜਾਈ ਆ, ਕੱਲੇ ਕਿਸਾਨ ਦੀ ਲੜਾਈ ਨਹੀਂ। ਵੇਖੋ ਇਹਦਾ ਕਾਨੂੰਨ ਕਿਸਾਨਾਂ ਵਾਸਤੇ ਕੋਈ ਕਾਨੂੰਨ ਨਹੀਂ। ਜੇ ਕੋਈ ਠੰਡ ਪੈਂਦੀ ਆ ਜਾਂ ਕੁਛ ਵੀ ਹੁੰਦਾ, ਸਰਕਾਰੀ ਦਫ਼ਤਰਾਂ ਵਾਲੇ ਕਹਿੰਦੇ ਆ ਟਾਈਮ 10 ਤੋਂ 4 ਕਰ ਦਿਓ ਜੀ, ਬਾਕੀ ਟਾਈਮ ਠੰਡ ਪੈਂਦੀ ਆ। ਤੇ ਇਹਨੂੰ ਜਦੋਂ ਇਹਨੂੰ ਪੈਲੀ ਭਰਨ ਵਾਸਤੇ ਜਦੋਂ ਪਾਵਰ ਵੀ ਆਉਂਦੀ ਆ ਤੇ ਉਹ ਵੀ ਕਹਿੰਦੇ ਰਾਤ ਨੂੰ 10 ਵਜੇ ਦਿਓ ਤੇ ਸਵੇਰੇ 4 ਵਜੇ ਬੰਦ ਕਰ ਦਿਓ। ਵੇਖੋ ਠੰਡਾਂ ਦੇ ਵਿੱਚ ਅਸੀਂ ਤੁਰੇ ਫਿਰਨ ਦੇ, ਸਾਡਾ ਹੋਰ ਕਿੰਨਾ ਕੁ ਇਮਤਿਹਾਨ ਲਊਗੀ ਇਹ ਸਰਕਾਰ। ਇਹਨਾਂ ਨੂੰ ਕੋਈ ਸਾਡੇ ਬਾਰੇ ਅੱਜ ਤੱਕ ਕੋਈ ਸੋਚਿਆ ਵਾ? ਜਿੰਨਾ ਸਾਨੂੰ ਇੱਕ ਵੋਟ ਬੈਂਕ ਕੇ ਸਮਝਣ ਡਏ ਆ ਵੀ ਵੋਟਾਂ ਪਾਓ ਸਾਨੂੰ ਤੇ ਅਸੀਂ ਚੁਣ ਕੇ ਜਾ ਕੇ ਤੇ ਅੱਗੇ ਜਾਈਏ। ਫਿਰ ਇਹਨਾਂ ਨੂੰ ਹੋਰ ਭੁਲੇਖਾ ਸੀਗਾ। ਅਸੀਂ ਜਦੋਂ ਇੱਥੇ ਹਨਾ ਇਹ ਸਮਝਦੇ ਸੀ ਜਿਹੜੇ ਲਾਲ ਬੱਤੀਆਂ ਵਾਲੇ ਪੱਗਾਂ ਵਾਲੇ ਜਾਂਦੇ ਦਿੱਲੀ ਸਰਦਾਰ ਥੋੜੇ ਜੇ ਇਹੋ ਹੀ ਸਰਦਾਰ ਵਾ, ਇਹ ਸਿੱਖ ਆ। ਇਹਨਾਂ ਨੂੰ ਪਤਾ ਹੁਣ ਲੱਗਾ ਜਦੋਂ ਉੱਥੇ ਬਾਪੂ ਚਿੱਟਿਆਂ ਦਾੜੇ ਵਾਲੇ ਬੈਠੇ ਕਿ ਨਹੀਂ ਖਿਲਾਰ ਕੇ ਧੋ ਕੇ ਸਰਫ ਨਾਲ ਚਿੱਟੇ ਦਾੜੇ ਕੱਢ ਕੇ ਬੈਠੇ ਆ। ਹੁਣ ਇਹਨਾਂ ਨੂੰ ਪਤਾ ਲੱਗਾ ਕਿ ਸਰਦਾਰ ਤੇ ਹੋਣ ਆਏ ਆ। ਇਹ ਸਰਦਾਰ ਹੁਣ ਆਏ ਆ ਤੇ ਹੁਣ ਉਹ ਹਰ ਇੱਕ ਬੰਦੇ ਦੀ ਸਾਨੂੰ ਹਮਾਇਤ ਪ੍ਰਾਪਤ ਵਾ। ਸਾਨੂੰ 192 ਦੇਸ਼ ਸਾਡੇ ਨਾਲ ਵਾ, 192 ਦੇਸ਼ ਤੇ ਹਰ ਬੰਦਾ ਜਿਹੜਾ ਵਾ ਕਿਸੇ ਵੀ ਸੂਬੇ ਦਾ ਵਾ, ਜਿਹੜਾ ਕਿਸੇ ਦਾ ਵੀ ਆ, ਉਹ ਜਿਹੜਾ ਵੀ ਕੋਈ ਗੱਲ ਕਰਦਾ, ਭਾਵੇਂ ਉਹ ਕੋਈ ਹਿੰਦੂ ਆ, ਚਾਹੇ ਮੁਸਲਮਾਨ ਵਾ, ਚਾਹੇ ਈਸਾਈ ਆ, ਉਹ ਪਹਿਲੋਂ ਇਹੋ ਗੱਲ ਕਹਿੰਦਾ ਵਾ ਕਿ ਮੈਂ ਸਰਦਾਰਾਂ ਦੇ ਨਾਲ, ਮੈਂ ਸਰਦਾਰ। ਕਿਸਾਨਾਂ ਦੀਆਂ ਜ਼ਮੀਨਾਂ ਤੇ ਅੱਖ ਰੱਖਣਾ ਮੋਦੀ ਗੁੰਡਾ, ਬੀਜੇਪੀ ਸਰਕਾਰ ਦਾ ਬੇੜਾ ਗਰਕ, ਬੀਜੇਪੀ ਸਰਕਾਰ ਦਾ ਰਵੇ ਕੱਖ ਨਾ, ਬੀਜੇਪੀ ਸਰਕਾਰ ਦਾ ਰਵੇ ਕੱਖ ਨਾ। ਸਾਡੇ ਨੱਥੇ ਕਿਸਾਨਾਂ ਦੇ ਉੱਤੇ ਪਥਰਾਓ ਕਰਨ ਵਾਲੀ ਸਰਕਾਰ ਦਾ ਬੇੜਾ ਗਰਕ, ਸਾਡੀਆਂ ਬੀਬੀਆਂ ਦੇ ਉੱਤੇ ਪੱਥਰ ਬਰਸਾਉਣ ਵਾਲੀ ਸਰਕਾਰ ਦਾ ਬੇੜਾ ਗਰਕ। ਇਹੋ ਜੀ ਸਰਕਾਰ ਦਾ ਰਵੇ ਕੱਖ ਨਾ। ਕਿਸਾਨਾਂ ਦੀਆਂ ਜ਼ਮੀਨਾਂ ਦੇ ਅੱਖ ਰੱਖਣ ਵਾਲਾ ਮੋਦੀ ਗੁੰਡਾ ਮੁਰਦਾਬਾਦ। ਇੰਨੀਆਂ ਗੱਲਾਂ ਕਹਿੰਦੇ ਮੈਂ ਆਪਣੇ ਵੀਰਾਂ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲ ਚੁੱਕ ਮਾਫ ਕਰ। ਇਹ ਸਨ ਅਮਰੀਕ ਸਿੰਘ ਜੀ ਜਮਾਲਪੁਰ, ਜਿਨ੍ਹਾਂ ਨੇ ਆਪ ਜੀ ਨੂੰ ਬੜੇ ਵਿਸਥਾਰ ਪੂਰਵਕ ਦੱਸਿਆ ਕਿ ਜੋ ਬਿੱਲ ਹਨ ਜਾਂ ਦਿੱਲੀ ਦੇ ਵਿੱਚ ਜੋ ਸਾਡੇ ਨਿਹੱਥਾਂ ਵੀਰਾਂ ਤੇ ਜ਼ੁਲਮ ਕੀਤਾ, ਉਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਬਹੁਤ ਥੋੜੀ ਹੈ। ਕਿਉਂਕਿ ਇਸ ਸੰਘਰਸ਼ ਨੂੰ ਫੇਲ ਕਰਨ ਵਾਸਤੇ ਮੋਦੀ ਸਰਕਾਰ ਨੇ ਜੋ 27 ਤਰੀਕ ਨੂੰ ਤਾਂਡਵ ਕੀਤਾ ਸੀ ਨਾ, ਉਹ ਬਹੁਤ ਹੀ ਨਿੰਦਣਯੋਗ ਹੈ। ਕਿਉਂਕਿ ਸਰਕਾਰ ਨੇ ਜੋ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਸਨ, ਇਸੇ ਕਰਕੇ ਕੀਤੀਆਂ ਸਨ ਕਿ ਕਿਸੇ ਨੂੰ ਵੀ ਉੱਥੇ ਦੀ ਜੋ ਘਟਨਾ ਵਾਪਰੀਆਂ ਹਨ ਪਤਾ ਨਾ ਚੱਲ ਸਕੇ। ਪਰ ਸਾਡੇ ਸੋਸ਼ਲ ਮੀਡੀਆ ਤੇ ਜੋ ਵੀਰ ਬੈਠੇ ਸਨ, ਉਹਨਾਂ ਨੇ ਬਿਲਕੁਲ ਨਿੱਕੀ ਜਾਣਕਾਰੀ ਇਕੱਠੀ ਕਰਕੇ ਲੋਕਾਂ ਦੇ ਸਾਹਮਣੇ ਹੂਬਹੂ ਰੱਖੀ ਕਿ ਉੱਥੇ ਕੀ ਭਾਣੇ ਵਾਪਰ ਰਹੇ ਹਨ। ਪਰ ਫਿਰ ਵੀ ਅਸੀਂ ਬਹੁਤ ਮਹਾਰਾਜ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਜਿਸ ਨੇ ਇਸ ਤਾਂਡਵ ਤੋਂ ਬਾਅਦ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ, ਭਾਰਤੀ ਕਿਸਾਨ ਯੂਨੀਅਨ ਦੀਆਂ ਬੁਲੰਦੀਆਂ ਹੋਰ ਉੱਪਰ ਨੂੰ ਖਿੱਚੀਆਂ ਹਨ। ਤੇ ਸਾਨੂੰ ਆਸ ਹੈ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸੰਘਰਸ਼ ਜੋ ਹੈ ਸ਼ਾਂਤੀਪੂਰਵਕ ਤੇ ਚੜ੍ਹਦੀ ਕਲਾ ਵਿੱਚ ਰਹੇਗਾ। ਕਿਉਂਕਿ
ਮੋਦੀ ਸਰਕਾਰ ਦਾ ਜੋ ਆਖਰੀ ਢਿੱਲ ਸੀ ਨਾ, ਉਹ ਭਾਜਪਾ ਨੇਤਾ ਦੇ ਗੁੰਡਿਆਂ ਵੱਲੋਂ ਜੋ ਉੱਥੇ ਕਰਨਾ ਸੀ ਕਰਕੇ ਦੇਖ ਲਿਆ ਕਿ ਜੇ ਤੇ ਜਾਂਦੇ ਭੱਜ ਤੇ ਫਿਰ ਤੇ ਚਲੋ ਸੰਘਰਸ਼ ਫੇਲ ਹੋ ਜਾਣਾ ਸੀਗਾ। ਪਰ ਨਹੀਂ, ਪ੍ਰਸਾਦ ਸਿੰਘ ਜੀ ਆਪ ਦੇ ਸਹਿਯੋਗ ਸਦਕਾ ਉੱਥੇ ਚੜ੍ਹਦੀ ਕਲਾ ਦੇ ਵਿੱਚ ਸਿੰਘ ਗੱਜ ਰਹੇ ਹਨ, ਕਿਉਂਕਿ ਕਾਨੂੰਨ ਜੋ ਵਾਪਸ ਕਰਾਉਣੇ ਆ ਔਖੇ ਤੇ ਜ਼ਰੂਰ ਹੁੰਦੇ ਆ ਪਰ ਹੋ ਜਾਣਗੇ। ਕਿਉਂਕਿ ਹੁਣ ਬਾਰ-ਬਾਰ ਇਹ ਗੱਲ, ਪਹਿਲਾਂ ਜੋ ਮੋਦੀ ਜੀ ਨੇ ਚੌਕੀਦਾਰ ਜਿਹਨੂੰ ਚੋਰ ਕਹਿੰਦੇ ਆਪਾਂ ਵੀ ਦੇਸ਼ ਦਾ ਚੌਕੀਦਾਰ ਹੈ, ਇਹ ਵੀਰ ਜੀ ਚੌਕੀਦਾਰ ਨਹੀਂ, ਇਹ ਚੋਰ ਹੈ। ਕਿਉਂਕਿ ਜੋ ਚੌਕੀਦਾਰ ਹੁੰਦਾ ਹੈ ਉਹ ਦੇਸ਼ ਦੀ ਰਾਖੀ ਕਰਦਾ ਹੈ, ਉਹ ਦੁਕਾਨਾਂ ਦੀ ਰਾਖੀ ਕਰਦਾ ਹੈ। ਤੇ ਉਹ ਸਾਡੀਆਂ ਇਹ ਨਹੀਂ ਪੈਸੇ ਕਿ ਚੌਕੀਦਾਰ ਰੱਖਿਆ ਹੋਵੇ ਤੇ ਸਾਡੇ ਜਿੰਦਰੇ ਤਾਂ ਦੁਕਾਨਾਂ ਦੇ ਜਿੰਦਰੇ ਤੋੜ ਕੇ ਆਪ ਹੀ ਸਮਾਨ ਚੋਰੀ ਕਰ ਲਵੇ, ਉਹਨੂੰ ਚੌਕੀਦਾਰ ਨਹੀਂ ਕਿਹਾ ਜਾਂਦਾ। ਕਿਉਂਕਿ ਸਾਰਾ ਦੇਸ਼ ਵੇਚਣ ਤੇ ਤੁਲਿਆ। ਲਾਲ ਕਿਲ੍ਹਾ ਇਹਨੇ ਵੇਚਤਾ, LIC ਇਹਨੇ ਵੇਚਤੀ, ਏਅਰਪੋਰਟ ਇਹਨੇ ਵੇਚ ਦਿੱਤੇ, ਰੇਲਵੇ ਇਹਨੇ ਵੇਚ ਦਿੱਤੀ, ਤੇ ਹੁਣ ਸਿਰਫ ਇੱਕ ਰਹਿ ਗਈਆਂ ਸਨ ਜ਼ਮੀਨਾਂ ਜਿਨ੍ਹਾਂ ਤੋਂ ਆਮਦਨ ਕਾਫੀ ਸੀਗੀ। ਇਹਦਾ ਇਰਾਦਾ ਸੀ ਇਹ ਵੀ ਆਪਣੇ ਅਡਾਨੀ ਅਬਾਨੀ ਯਾਰ ਉਹਨਾਂ ਦੇ ਜੋ ਇਸ ਨੂੰ ਪੈਸਾ ਦੇ ਕੇ ਜਿਤਾਉਂਦੇ ਹਨ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇ। ਇੱਕ ਸਾਧ ਸੰਗਤ ਜੀ, ਇਹ ਵੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਦੇਖੋ, ਕਿਸਾਨ ਵੀਰ ਉੱਥੇ 2 ਮਹੀਨੇ ਤੋਂ ਲਗਾਤਾਰ ਧਰਨਾ ਦੇ ਰਹੇ ਹਨ ਤੇ ਉਹਨਾਂ ਦੇ ਵਾਸਤੇ ਇਹਨੇ ਮੂੰਹ ਨਹੀਂ ਖੋਲਿਆ। ਪਰ ਅਡਾਨੀ ਅਬਾਨੀ ਦੇ ਘਰ ਪੋਤਾ ਇਹਦਾ ਖੁਸਰਾ ਉਸੇ ਵੇਲੇ ਵਧਾਈ ਦੇਣ ਚਲੇ ਗਿਆ। ਅਗਲੇ ਦਿਨ ਹੀ ਇਹ ਖੁਸਰਾ ਹਸਪਤਾਲ ਵਿੱਚ ਪਹੁੰਚ ਗਏ, ਉੱਥੇ ਵਧਾਈ ਦੇਣ ਪਹੁੰਚ ਗਿਆ ਕਿ ਤੇਰੇ ਪੋਤਾ ਆਇਆ ਹੈ। ਕਿਉਂਕਿ ਵਧਾਈ ਤਾਂ ਬਣਦੀ ਹੈ ਨਾ ਵੀ ਉਹਨਾਂ ਦਾ ਪਿੱਠ ਲੱਗੂ ਹੈ। ਇਸ ਦੇ ਸਾਧ ਸੰਗਤ ਜੀ, ਕਿਉਂਕਿ ਇਹ ਪਿੱਠ ਲੱਗੂ ਹੈ ਤੇ ਉਹਨਾਂ ਦਾ ਮਾਮਾ ਵੀ ਹੈ ਤੇ ਅਡਾਨੀ ਅਬਾਨੀ ਦਾ ਸਾਲਾ ਵੀ ਲੱਗਦਾ ਹੈ। ਕਿਉਂਕਿ ਦੂਜਾ ਹੋਰ ਤੇ ਕੋਈ ਏਡੀ ਛੇਤੀ ਵਧਾਈ ਦੇਣ ਜਾਂਦਾ ਨਹੀਂਗਾ। ਜਿਸ ਹਿਸਾਬ ਨਾਲ ਅਗਲੇ ਦਿਨ ਹੀ ਮੋਦੀ ਹਸਪਤਾਲ ਵਿੱਚ ਪਹੁੰਚ ਕੇ ਅਡਾਨੀ ਅਬਾਨੀ ਨੂੰ ਵਧਾਈ ਦੇ ਰਿਹਾ ਵੀ ਤੁਹਾਡੇ ਪੋਤਾ ਆ। ਸਾਧ ਸੰਗਤ ਜੀ, ਬਾਕੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਕੰਮ ਸਿਰੇ ਚਾੜਨਾ। ਬਾਕੀ ਵੇਖੋ ਜੀ, ਜੋ ਚੋਣਾਂ ਹੁੰਦੀਆਂ ਨੇ ਇਹ ਹੁੰਦਾ ਮਤਦਾਨ। ਮਤ ਦਾ ਮਤਲਬ ਹੁੰਦਾ ਸਾਡੀ ਮਤ। ਜਦੋਂ ਅਸੀਂ ਮਤ ਦਾ ਇਸਤੇਮਾਲ ਹੀ ਨਹੀਂ ਕਰਨਾ ਤੇ ਅਗਲੇ ਦੀ ਮਰਜ਼ੀ ਜੋ ਮਰਜ਼ੀ ਕਰੀ ਜਾਵੇ, ਅਗਲੇ ਨੂੰ ਮਤ ਦੇ ਦਿੰਦੇ ਆ ਵੀ ਸਾਡਾ ਅਸੀਂ ਤੈਨੂੰ ਮਤ ਹੀ ਦਾਨ ਦੇਤੀ ਹੈ, ਤੇ ਫਿਰ ਸਾਡਾ ਵੀ ਹੱਕ ਕੋਈ ਨਹੀਂ ਬਣਦਾ। ਵੀ ਹੁਣ ਗਾਂ ਟਾਈਮ ਆ ਗਿਆ ਜੀ ਵੀਰ ਜੀ ਵੀ ਆਪਣੀ ਮਤ ਦਾ ਸਹੀ ਇਸਤੇਮਾਲ ਕਰੋ ਵੀ ਕਿਹੜਾ ਤੁਹਾਡੇ ਨਾਲ ਹੈ, ਕਿਹੜਾ ਤੁਹਾਡੇ ਵਿਰੁੱਧ ਹੈ। ਇਸ ਕਰਕੇ ਮੇਰੀ ਬੇਨਤੀ ਹੈ ਵੀ ਅਗਲੀ ਵਾਰ ਜਦੋਂ ਵੀ ਇਲੈਕਸ਼ਨਾਂ ਆਉਣੀਆਂ ਹਨ, ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲਵਾਂਗਾ, ਆਪਣਾ ਸੋਚ ਸਮਝ ਕੇ ਆਪਣੀ ਮਤਦਾਨ ਕਰਨੀ ਹੈ, ਆਪਣੀ ਵੋਟ ਪਾਉਣੀ। ਕਿਉਂਕਿ ਸਾਡੇ ਕੋਲ ਇੱਕ ਅਧਿਕਾਰ ਸਿਰਫ ਇਹੀ ਰਹਿ ਗਿਆ, ਮਤਦਾਨ ਦਾ। ਤੇ ਆਪਣੀ ਜਿਹੜੀ ਮਤਦਾਨ ਹੈ ਨਾ, ਆਪਣੀ ਮਤ ਸੋਚ ਸਮਝ ਕੇ ਦਾਨ ਕਰੋ। ਐ ਨਹੀਂ ਵੀ ਜੇ ਕੋਈ ਆਪਾਂ ਹੁਣ ਸੋਚਦੇ ਕੀ ਆ ਵੀ ਇੱਕ ਅਨਪੜ੍ਹ ਪਿੰਡ ਦੇ ਵਿੱਚ ਵੇਖੋ, ਇੱਕ ਅਨਪੜ੍ਹ ਸਰਪੰਚ ਹੁੰਦਾ, ਆਪ ਸਾਡੇ ਪੜ੍ਹੇ ਲਿਖੇ ਉਹਨੂੰ ਵੋਟਾਂ ਪਾਈ ਜਾਣਗੇ, ਅਸੀਂ ਉਸ ਤੋਂ ਕੀ ਆਸ ਕਰਾਂਗੇ। ਘੱਟੋ ਘੱਟ ਜੇਕਰ ਚਪੜਾਸੀ ਵਾਸਤੇ 10ਵੀਂ ਲਾਜ਼ਮੀ ਹੈ ਤੇ ਸਰਪੰਚ ਵਾਸਤੇ ਵੀ 10ਵੀਂ ਲਾਜ਼ਮੀ ਹੈ। ਇੱਕ ਵਾਰੀ ਆਪਣੇ ਮਨੋਹਰ ਸਿੰਘ ਜੀ ਗਿੱਲ ਵੀਰ ਜੀ ਹੈਲੋ, ਇਹ ਭਾਈ ਸਾਹਿਬ ਭਾਈ ਸਾਹਿਬ ਸਾਈਡ ਹੋ ਜਾਓ। ਹੈਲੋ, ਬੇਨਤੀ ਆ ਵੀ ਡਿਸਟਰਬ ਨਾ ਕਰੋ, ਕੋਈ ਗੱਲ ਨਹੀਂ, 1.5 ਘੰਟਾ ਰਹਿ ਗਿਆ ਸਰ। ਤੇ ਕਿਸਾਨ ਯੂਨੀਅਨ, ਮਜ਼ਦੂਰ ਯੂਨੀਅਨ ਦੇ ਜੁਝਾਰੂ ਵੀਰੋ, ਮੈਂ ਹੁਣੇ ਇੱਕ ਮੌਕਾ ਦੇਖ ਰਿਹਾ, ਜਿਹੜੇ ਬੈਠੇ ਆ ਚਾਹ ਪੀ ਰਹੇ ਆ, ਅਸੀਂ ਇੱਕ ਇਹੋ ਜਿਹੇ ਮਾਹੌਲ ਵਿੱਚ ਚਾਹ ਪੀ ਰਹੇ। ਇਹ ਚਾਹ ਤਾਂ ਸਾਨੂੰ ਆਪਣੇ ਘਰਾਂ ਵਿੱਚ ਬੈਠ ਕੇ ਬੱਚਿਆਂ ਦੇ ਨਾਲ ਪੀਣੀ ਚਾਹੀਦੀ ਸੀ, ਪਰ ਉਸ ਮੋਦੀ ਸਰਕਾਰ ਨੇ ਸਾਨੂੰ ਇੱਕ ਇਸ ਜਗ੍ਹਾ ਤੇ ਬਿਠਾ ਕੇ ਚਾਹ ਪਿਆਈ। ਬੜੇ ਦੁੱਖ ਦੀ ਗੱਲ ਹੈ, ਇਹ ਕੋਈ ਸੜਕਾਂ 'ਚ ਬੈਠਣਾ ਸੌਖਾ ਕੰਮ ਨਹੀਂ ਕਿਸਾਨਾਂ ਮਜ਼ਦੂਰਾਂ ਵਾਸਤੇ। ਲੋਕਾਂ ਨੂੰ ਬੜੀਆਂ ਵੱਡੀਆਂ ਪਰੇਸ਼ਾਨੀਆਂ ਆ ਰਹੀਆਂ ਨੇ। ਮੈਂ ਦੇਖ ਰਿਹਾ, ਕੋਈ ਵਿਆਹ ਵਾਲਾ ਆਉਂਦਾ ਹੈ, ਕੋਈ ਦਵਾਈ ਲੈਣ ਵਾਲਾ ਆਉਂਦਾ ਹੈ, ਕੋਈ ਬਜ਼ੁਰਗ ਲੈ ਕੇ ਜਾ ਰਹੇ ਹੈ ਤੇ ਕੋਈ ਜ਼ਰੂਰੀ ਕੰਮ ਵਾਸਤੇ ਜਾ ਰਿਹਾ। ਹਰ ਇੱਕ ਬੰਦੇ ਨੂੰ ਪਰੇਸ਼ਾਨੀ ਆਉਂਦੀ ਹੈ। ਪਰ ਇਹ ਕਿਉਂ? ਕਿ ਮੋਦੀ ਸਰਕਾਰ ਨੇ ਤੁਹਾਡੇ ਤੇ ਜ਼ੁਲਮ ਕੀਤਾ, ਜਿਹੜਾ ਉਹਦਾ ਇਹ
ਸਾਰਾ ਕੁਝ ਤੁਹਾਡੇ ਸਾਹਮਣੇ ਇਹ ਨਜ਼ਰ ਆ ਰਿਹਾ। ਮੈਂ ਚੰਡੂਨੀ ਸਾਹਿਬ ਦੀ ਹਰਿਆਣਾ ਦੇ ਜਿਹੜੇ ਇੱਕ ਕਿਸਾਨ ਆਗੂ ਨੇ, ਸਭ ਨੇ ਦੇਖਿਆ ਹੋਵੇਗਾ WhatsApp ਤੇ, ਇੱਕ ਮੈਂ ਉਹਨਾਂ ਨੇ ਕਵਿਤਾ ਇੱਕ ਗੱਲ ਸੁਣਾਈ ਹੈ। ਉਹ ਕਹਿੰਦਾ ਚੰਡੂਨੀ ਸਾਹਿਬ ਕਿ ਇੱਕ ਰਾਜੇ ਨੂੰ ਐਲਾਨ ਕਰ ਦਿੱਤਾ, ਇੱਕ ਰਾਜੇ ਨੇ ਕਿ ਮੇਰੀ ਕੋਈ ਬੱਕਰੀ ਰਜਾ ਦੇਵੇ ਤੇ ਮੈਂ ਉਹਨੂੰ ਇਨਾਮ ਦੇਵਾਂਗਾ, ਜੇ ਨਾ ਰਜੀ ਤੇ ਉਸ ਨੂੰ ਫਾਂਸੀ ਦਿੱਤੀ ਜਾਵੇਗੀ। ਇੱਕ ਬੰਦਾ ਆਇਆ, ਬੱਕਰੀ ਲੈ ਗਿਆ। ਤੁਹਾਨੂੰ ਸਭ ਨੂੰ ਪਤਾ ਕਿਸਾਨ ਹੋ ਕਿ ਬੱਕਰੀ ਜਿਹੜੀ ਹੈ ਉਹ ਰੱਜਦੀ ਨਹੀਂ, ਭਾਵੇਂ ਕਿੰਨਾ ਵੀ ਉਸਨੇ ਖਾਧਾ ਹੋਵੇ ਉਹ ਆਖਰ ਮੂੰਹ ਮਾਰ ਹੀ ਦਿੰਦੀ ਆ। ਉਹ ਇੱਕ ਵੀਰ ਆਇਆ, ਬੱਕਰੀ ਨੂੰ ਘਰੋਂ ਲੈ ਰਜਾ ਕੇ ਲਿਆਇਆ ਤੇ ਕਹਿੰਦਾ ਰਾਜਾ ਸਾਹਿਬ ਆ ਲਓ, ਇਹ ਬੱਕਰੀ ਰੱਜ ਗਈ ਆ। ਉਸ ਦੇ ਕੋਲ ਉਸਦੇ ਸੇਵਾਦਾਰਾਂ ਨੇ ਰਾਜੇ ਦੇ, ਵੀਰੋ ਸ਼ੋਰ ਨਾ ਕਰੋ, ਬਹੁਤ ਬੈਠ ਕੇ ਆਪਾਂ ਘਰੋਂ ਰੱਜੇ ਆਏ ਆ, ਕੋਈ ਇਹ ਰਾਸੀ ਆ, ਕੋਈ ਏਡੀ ਵੱਡੀ ਗੱਲ ਨਹੀਂ ਹੈ। ਵੀਰੋ ਮੈਂ ਕਹਿ ਰਿਹਾ ਸੀ ਕਿ ਉਹ ਬੱਕਰੀ ਰਜਾ ਕੇ ਲੈ ਆਇਆ ਤੇ ਕਹਿੰਦਾ ਕਿ ਮੈਂ ਬੱਕਰੀ ਰਜਾ ਲਈ ਆ। ਰਾਜੇ ਦੇ ਸੇਵਕਾਂ ਨੇ 2 ਪੱਠੇ ਅੱਗੇ ਘਾਹ ਅੱਗੇ ਕੀਤਾ ਤੇ ਉਹ ਉਸਨੇ ਮੂੰਹ ਮਾਰਿਆ ਤੇ ਕਹਿੰਦਾ ਇਸ ਨੂੰ ਫਾਂਸੀ ਚੜਾ ਦਿਓ। ਦੂਜਾ ਆਇਆ, ਉਸਨੇ ਵੀ ਰਜਾ ਕੇ, ਕਿਸ ਨੇ ਦਾਣੇ ਪਾਏ, ਕਿਸ ਨੇ ਕੁਝ ਕੀਤਾ, ਜੋ ਕੁਝ ਰਜਾਉਣ ਵਾਸਤੇ ਕਰਨਾ ਸੀ ਉਹ ਕਰ ਦਿੱਤਾ। ਆਖਰ ਇੱਕ ਸਾਡੇ ਵਰਗੇ ਕਿਸਾਨ ਦੀ ਵਾਰੀ ਆਈ, ਉਹ ਲੈ ਗਿਆ ਉਸ ਨੂੰ ਆਪਣੇ ਘਰ ਤੇ ਉਸਨੇ ਪਹਿਲਾਂ ਕੁਝ ਖਵਾਇਆ ਤੇ ਪਰ ਜਦੋਂ ਉਹ ਰੱਜ ਕੇ ਵੀ ਉਸਦਾ ਮੂੰਹ ਨਾ ਮੁੜਿਆ ਤੇ ਉਸਨੇ ਉਹਨੂੰ, ਜਦੋਂ ਵੀ ਉਸ ਘਾਹ ਵੱਲ ਆਉਂਦੀ ਹੈ ਤੇ ਉਸ ਨੂੰ ਘਸੁੰਨ ਮਾਰ ਕੇ ਉਸਦਾ ਮੂੰਹ ਮੋੜ ਦਿੰਦਾ। ਜਦੋਂ ਵੀ ਆਉਂਦੀ ਹੈ ਤੇ ਉਸ ਦਾ ਜਦੋਂ ਵੀ ਖਾ ਕੇ ਜਦੋਂ ਰੱਜਦੀ ਹੈ ਤੇ ਘਸੁੰਨ ਵਿਖਾ ਕੇ ਉਸ ਨੂੰ ਦਬਕਾ ਕੇ ਪਰਾਂ ਕਰ ਦਿੰਦਾ, ਇਸ਼ਾਰਾ ਕਰਦਾ ਤੇ ਬੱਕਰੀ ਦਾ ਮੂੰਹ ਮੁੜ ਜਾਂਦਾ। ਉਹ ਇਸੇ ਤਰ੍ਹਾਂ ਘਸੁੰਨ ਵਿਖਾ ਕੇ ਰਾਜੇ ਦੇ ਦਰਬਾਰ ਵਿੱਚ ਲੈ ਆਇਆ ਕਿ ਮੇਰੀ ਬੱਕਰੀ ਰੱਜੀ ਹੈ। ਪਹਿਰੇਦਾਰ ਕਹਿ ਰਹੇ ਨੇ ਕਿ ਅੱਜ ਇਸਨੇ ਵੀ ਫਾਂਸੀ ਚੜ ਜਾਣਾ, ਇਹ ਵੀ ਗਿਆ। ਜਦੋਂ ਉਸਨੇ ਜਾ ਕੇ ਦਰਬਾਰ ਦੇ ਵਿੱਚ ਕਹਿੰਦਾ ਕਿਸਾਨ ਕਿ ਮੇਰੀ ਬੱਕਰੀ ਆ, ਤੁਹਾਡੀ ਬੱਕਰੀ ਮੈਂ ਰਜਾ ਕੇ ਲੈ ਆਂਦੀ। ਉਸਨੇ ਜਦੋਂ ਉਸਦੇ ਅਹਿਲਕਾਰਾਂ ਨੇ ਉਸ ਨੂੰ ਘਾਹ ਵਿਖਾਇਆ ਤੇ ਸਾਈਡ ਤੋਂ ਉਸ ਜੱਟ ਨੇ ਘਸੁੰਨ ਵਿਖਾਇਆ ਤੇ ਬੱਕਰੀ 2 ਫੁੱਟ ਦੂਰ। ਜਦੋਂ ਇਹ ਕੁਝ ਕਹਿੰਦਾ ਤੇ ਇਹ ਬੱਕਰੀ, ਜਦੋਂ ਕੁਝ ਨੂੰ ਘਾਹ ਵਿਖਾਉਂਦੇ ਨੇ, ਪਿੱਛੋਂ ਜੱਟ ਘਸੁੰਨ ਵਿਖਾਉਂਦਾ ਤੇ ਬੱਕਰੀ 3 ਫੁੱਟ ਦੂਰ ਹੋ ਕੇ ਜਾਂਦੀ ਹੈ। ਇਹ ਵੀਰੋ, ਇਹ ਮੋਦੀ ਸਰਕਾਰ, ਇਹ ਘਸੁੰਨ ਵਾਲੀ ਸਰਕਾਰ ਹੈ, ਇਹ ਬੱਕਰੀ ਵਰਗੀ ਸਰਕਾਰ ਹੈ ਜਿਹੜੀ ਬਦੋ-ਬਦੀ ਤੁਹਾਨੂੰ ਇਹ ਕਾਨੂੰਨ ਤੁਹਾਡੇ ਤੇ ਥੋਪ ਰਹੀ ਹੈ। ਸੋ ਦਿੱਲੀ ਦੇ ਵਿੱਚ ਬੈਠੇ ਹੋਏ ਕਿਸਾਨ ਵੀਰਾਂ ਨੇ ਕਿੰਨੇ ਚਿਰ ਤੋਂ ਧਰਨਾ ਲਾਇਆ, ਸਾਡੇ ਬਜ਼ੁਰਗ ਵੀਰ, ਸਾਡੇ ਬੱਚੇ ਉੱਥੇ ਬੈਠੇ ਨੇ, ਤੈਨੂੰ ਤਰਸ ਨਹੀਂ ਆ ਰਿਹਾ ਕਿ ਉਸ ਦੇ ਸਬੰਧ ਵਿੱਚ ਮੈਂ ਦਿੱਲੀ ਵੀ ਇਹ ਕਵਿਤਾ ਵੱਡੀ ਸਟੇਜ ਤੇ ਗਾਈ ਸੀ ਤੇ ਬੜੀ ਜਿਹੜੀ ਆ ਉਸ ਦਾ ਜਿਹੜਾ ਉਹ ਦਰਸ਼ਕਾਂ ਨੇ ਜਿਹੜੀਆਂ ਤਾੜੀਆਂ ਮਾਰੀਆਂ ਸਨ। ਭਾਵ ਕਿ ਮੈਂ ਇੱਕ ਦਿੱਲੀ ਨੂੰ ਤਾਨਾ ਮਾਰਿਆ, ਆਪਣੀ ਕਲਮ ਤੋਂ ਲਿਖੀ ਹੋਈ। ਮੈਂ ਉੱਥੇ ਦਿੱਲੀ ਬੱਸ ਦੇ ਵਿੱਚ, ਸਰਜੀਤ ਸਿੰਘ ਦੀ ਬੱਸ ਗਈ ਸੀ ਤੇ ਉਸ ਦੇ ਵਿੱਚ ਬੈਠ ਕੇ ਮੈਂ ਇੱਕ ਰਾਤ ਬੈਠਾ ਤੇ ਇਹ ਕਵਿਤਾ ਮੈਂ ਉਦੋਂ ਲਿਖੀ ਹੈ। ਸਾਰਿਆਂ ਨੇ ਧਿਆਨ ਦੇਣਾ ਜੀ। ਆ ਦੇਖੋ, ਨੀ ਦਿੱਲੀਏ ਬੇਦਰਦੇ, ਨੀ ਦਿੱਲੀਏ ਬੇਦਰਦੇ, ਤੈਨੂੰ ਅਜੇ ਵੀ ਤਰਸ ਨਾ ਆਇਆ। ਨੀ ਦਿੱਲੀਏ ਬੇਦਰਦੇ, ਮਤੀ ਰਾਸ ਆਰੇ ਨਾਲ ਚੀਰ ਕੇ ਤੂੰ ਵੇਖਿਆ, ਮਤੀ ਰਾਸ ਆਰੇ ਨਾਲ ਚੀਰ ਕੇ ਤੂੰ ਵੇਖਿਆ, ਸਤੀ ਰਾਸ ਸਿੰਘ ਦਾ ਤੂੰ ਧੂਆਂ ਬਾਲ ਸੇਕਿਆ, ਨਾਵੇਂ ਗੁਰਾਂ ਦਾ ਤੂੰ ਸੀਸ ਲਹਾਇਆ। ਨੀ ਦਿੱਲੀਏ ਸੁਨਾ, ਨੀ ਦਿੱਲੀਏ ਬੇਦਰਦੇ, ਤੇਰੀਆਂ ਨਿਸ਼ਾਨੀਆਂ ਹਰ ਮੰਦਿਰ ਚ ਰੱਖੀਆਂ। ਅਜੇ ਵੀ ਜਿਹੜੇ ਸਿੰਘਾਂ ਨੇ ਦਿੱਲੀ ਜਿੱਤ ਕੇ ਇੱਕ ਪੱਥਰ ਲਿਆਂਦਾ ਸੀ ਵੱਡਾ, ਉਹ ਦਰਬਾਰ ਸਾਹਿਬ ਮੌਜੂਦ ਹੈ। ਉਸ ਦੀ ਨਿਸ਼ਾਨੀ ਜਿਹੜੀ ਦਿੱਲੀ ਜਿੱਤਣ ਦੀ, ਉਹ ਅਜੇ ਵੀ ਮੌਜੂਦ ਹੈ। ਉਸ ਦੇ ਸੰਬੰਧ ਵਿੱਚ ਲਿਖਿਆ, ਤੈਨੂੰ ਜਿੱਤ ਸਿੰਘਾਂ ਨੇ ਪੰਨੀਆਂ ਸੀ ਵੱਖੀਆਂ ਰੱਖੀਆਂ, ਸਾਥੋਂ ਰੰਗੜ ਨੇ ਸਿਰ ਕਟਵਾਇਆ। ਨੀ ਦਿੱਲੀਏ ਬੇਦਰਦੇ, ਤੈਨੂੰ ਅਜੇ ਵੀ ਤਰਸ ਨਾ ਆਇਆ। ਨੀ ਦਿੱਲੀਏ ਬੇਦਰਦੇ, ਟਿੱਕੀਆਂ
ਮੋਢਿਆਂ ਤੋਂ ਕਈਆਂ ਲਾ ਕੇ ਗੰਨਾ ਪਾਉਣ ਜਾਣਦੇ, ਮੋਢਿਆਂ ਤੋਂ ਕਈਆਂ ਲਾ ਕੇ ਗੰਨਾ ਪਾਉਣ ਜਾਣਦੇ। ਤੈਨੂੰ ਪਹਿਲਾਂ ਕਈ ਵਾਰੀ ਹਰਾਇਆ ਨੀ ਦਿਲੀਏ ਬੇਦਰਦੇ, ਤੈਨੂੰ ਅਜੇ ਵੀ ਤਰਸ ਨਾ ਆਇਆ ਨੀ ਦਿਲੀਏ ਬੇਦਰਦੇ। ਹੱਕ ਅਸੀਂ ਲੈ ਕੇ ਜਾਣਾ ਖਾਲੀ ਨਹੀਂ ਮੁੜਦੇ, ਸ਼ਹੀਦੀਆਂ ਨੂੰ ਕਾਲੇ ਸਾਰੇ ਜਾਨ ਦੇਣ ਤੋਂ ਨਾ ਥੁੜਦੇ। ਅੰਨਦਾਤੇ ਉੱਤੇ ਕਹਿਰ ਕਮਾਇਆ ਨੀ ਦਿਲੀਏ ਬੇਦਰਦੇ, ਤੈਨੂੰ ਅਜੇ ਵੀ ਤਰਸ ਨਾ ਆਇਆ ਨੀ ਦਿਲੀਏ ਬੇਦਰਦੇ। ਸਾਨੂੰ ਜੱਟ ਨਾ ਕਹੀਂ, ਮਜ਼ਦੂਰ ਨਾ ਕਹੀਂ, ਦੁਕਾਨਦਾਰ ਨਾ ਕਹੀਂ, ਸਾਨੂੰ ਜੱਟ ਨਾ ਕਹੀਂ, ਜੇਕਰ ਵੱਟੋ ਵੱਟ ਤੈਨੂੰ ਨਾ ਪਵਾਇਆ ਨੀ ਦਿਲੀਏ ਬੇਦਰਦੇ, ਤੈਨੂੰ ਅਜੇ ਵੀ ਤਰਸ ਨਾ ਆਇਆ ਨੀ ਦਿਲੀਏ ਬੇਦਰਦੇ, ਨੀ ਦਿਲੀਏ ਬੇਦਰਦੇ। ਸੋ ਇਹ ਕਵਿਤਾ ਮੈਂ ਦਿੱਲੀ ਗਿਆ ਸੀ ਜਦੋਂ ਉਸ ਦਿਨ ਮੈਂ ਰਾਤ ਲਿਖੀ ਸੀ। ਜੇਕਰ ਧੰਨਵਾਦ ਜੀ, ਧੰਨਵਾਦ। ਸੋ ਮੇਰੇ ਕਹਿਣ ਤੋਂ ਭਾਵ ਆ ਕਿ ਦਿੱਲੀ ਨੂੰ ਪਹਿਲਾਂ ਵੀ ਕਈ ਵਾਰ ਹਰਾ ਚੁੱਕੇ। ਜੇ ਝੰਡਾ ਝੁੱਲ ਗਿਆ ਤਾਂ ਕੋਈ ਲੋੜਾ ਨਹੀਂ ਆ ਗਿਆ। ਇਹ ਇੱਕ ਖਾਲਸੇ ਦਾ ਝੰਡਾ ਹੈ ਜੋ ਸਦਾ ਹਰਦਮ ਝੁੱਲਦਾ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ ਬਟਾਲਾ ਜਿਨ੍ਹਾਂ ਨੇ ਦਿੱਲੀ ਸੰਬੰਧੀ ਕਥਾ ਬੋਲ ਕੇ ਆਪ ਜੀ ਨੂੰ ਦੱਸਿਆ ਕਿ ਸਾਡੇ ਨਾਲ ਕਿਸ ਤਰ੍ਹਾਂ ਕਿੰਨੇ ਚਿਰ ਤੋਂ ਜ਼ੁਲਮ ਹੁੰਦੇ ਆ ਰਹੇ ਹਨ ਤੇ ਇਸੇ ਤਰ੍ਹਾਂ ਅਸੀਂ ਟਾਕਰਾ ਵੀ ਕਰਦੇ ਰਵਾਂਗੇ। ਬਾਕੀ ਸੰਗਤ ਜੀ ਆਪ ਨੂੰ ਪਤਾ ਹੈ ਕਿ ਇਹਨੇ ਇੱਕ ਗੱਲ ਕਹੀ ਸੀ ਕਿ ਦਿੱਲੀ ਦਾ ਤਖਤ ਤਾਊ ਜਿਹਨੂੰ ਕਹਿ ਦਿੰਦੇ ਨਾ, ਉਹ ਸਿੰਘਾਂ ਨੇ ਧੂ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਅਜੇ ਵੀ ਪਿਆ ਹੋਇਆ। ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਰਾਮਗੜੀਆਂ ਦੇ ਬੁੰਗੇ ਕੋਲ ਪਿਆ। ਉਹ ਬਹੁਤ ਵੱਡੀ ਸੇਲ ਹੈ ਜਿਹੜੀ ਧੂ ਕੇ ਦਿੱਲੀ ਤੋਂ ਦਰਬਾਰ ਸਾਹਿਬ ਵਿਖੇ ਰੱਖੀ ਹੋਈ ਹੈ। ਉਸ ਵੇਲੇ ਵੀ ਅਬਦਾਲੀ ਹੋਣਾ ਦਾ ਬਹੁਤ ਜ਼ੋਰ ਸੀਗਾ ਤੇ ਹੁਣ ਜਿਹੜਾ ਆਪਣਾ ਮੋਦੀ ਸਾਹਿਬ ਨੇ ਇਹ ਵੀ ਅਬਦਾਲੀ ਹੈ, ਹਿਟਲਰ ਵੀ ਹੈ, ਅਬਦਾਲੀ ਵੀ ਹੈ। ਇਸ ਕਰਕੇ ਡਰਨ ਦੀ ਲੋੜ ਨਹੀਂ ਗਈ ਕਿਉਂਕਿ ਜੇ ਉਦੋਂ ਅਸੀਂ ਤਖਤ ਖਿੱਚ ਕੇ ਲਿਆ ਸਕਦੇ ਹਾਂ, ਹੁਣ ਤੇ ਕੋਈ ਗੱਲ ਹੀ ਨਹੀਂ। ਸ਼ਹੀਦੀਆਂ ਪਾਉਂਦੇ ਨੇ ਤੇ ਉਦੋਂ ਸਾਨੂੰ ਵੱਡੇ ਵੱਡੇ ਨਾਮ, ਵੱਡੇ ਵੱਡੇ ਰੁਤਬੇ ਦਿੱਤੇ ਜਾਂਦੇ ਨੇ, ਮੈਡਲ ਦਿੱਤੇ ਜਾਂਦੇ ਨੇ। ਤੇ ਇੱਕ ਗੀਤ ਮੈਂ ਆਪ ਜੀ ਨੂੰ ਸੁਣਾਉਂਗੀ ਕਿਉਂਕਿ ਨੌਬਤ ਨਾ ਆਉਂਦੀ ਝੰਡਾ ਚੜਾਉਣ ਦੀ, ਕਿਉਂ ਆਈ ਤੇ ਕਿੱਥੋਂ ਤੱਕ ਆਈ ਅਸੀਂ ਇੱਥੋਂ ਤੱਕ ਸੋਚਦੇ ਨਹੀਂ। ਸਾਡੇ ਵਿੱਚ ਬਹੁਤ ਲੋਕ ਜਿਹੜੇ ਪੜ੍ਹੇ ਲਿਖੇ ਨੇ, ਬੁੱਧੀਜੀਵੀ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ, ਜਿਹੜੀ ਬੜੀ ਬਹੁਤ ਇੱਕ ਸੋਝ ਬੂਝ ਰੱਖਦੇ ਨੇ, ਉਹਨਾਂ ਵਿੱਚੋਂ ਕਈਆਂ ਨੇ ਇਹ ਨਹੀਂ ਸੋਚਿਆ ਵੀ ਕੀ ਹਾਲਾਤ ਹੋਏ ਹੋਣਗੇ, ਕਿੱਦਾਂ ਦੇ ਸਰਕਮਸਟੈਂਸਸ ਹੋਣਗੇ ਕਿ ਉਹ ਬੱਚਿਆਂ ਨੇ ਜਾਂ ਮੁੰਡਿਆਂ ਨੇ, ਸਾਡੇ ਵੀਰਾਂ ਨੇ ਜਿਨ੍ਹਾਂ 1-2 ਲੱਖ ਬੰਦਾ ਉੱਥੇ ਪਹੁੰਚਿਆ, ਉਹਨਾਂ ਵਿੱਚ ਜੋਸ਼ ਸੀ, ਉਹਨਾਂ ਵਿੱਚ ਗੁੱਸਾ ਸੀ ਕਿ ਅਸੀਂ ਇੰਨੀ ਦੇਰ ਤੋਂ ਉੱਥੇ ਬੈਠੇ ਆ ਤੇ ਗਵਰਨਮੈਂਟ ਸਾਡਾ ਕੁਝ ਨਹੀਂ ਸੋਚ ਰਹੀ। ਪਤਾ ਨਹੀਂ ਵੀ ਕੀ ਸੀਗਾ ਇਹ, ਨਾ ਹੀ ਉਹਨਾਂ ਦਾ ਪੱਖ ਲਿਆ ਕਿਸੇ ਨੇ, ਨਾ ਹੀ ਉਹਨਾਂ ਨੂੰ ਪੁੱਛਿਆ ਤੇ ਇੱਕਦਮ ਠੱਪਾ ਲਾਤਾ ਕਿ ਉਹ ਗਦਾਰ ਨੇ। ਇਹ ਸਾਡੇ ਵਾਸਤੇ ਮਾੜੀ ਗੱਲ ਹੈ। ਸਾਨੂੰ ਇਹ ਨਹੀਂ ਕਹਿਣਾ ਚਾਹੀਦਾ। ਜਿੰਨਾ ਚਿਰ ਸੱਚੀਆਂ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਉਹਨਾਂ ਚਿਰ ਕਿਸੇ ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ। ਤਜਿੰਦਰ ਚੀਤੇ ਕਲਾ ਨੇ ਲਿਖਿਆ ਹੈ, ਨੀ ਕਿਹੜੀ ਸਾਡੇ ਹੱਕ ਦੀ ਗੱਲ ਨਹੀਂ ਕਰਦੀ, ਨੀ ਕਿਉਂ ਸਰਕਾਰ ਸਾਡੇ ਮਸਲੇ ਹੱਲ ਨਹੀਂ ਕਰਦੀ, ਨੀ ਮੁੱਢ ਤੋਂ ਹੀ ਤੂੰ ਨਾਲ ਪੰਜਾਬ ਦੇ ਕਹਿੰਦੀ ਦਿੱਲੀ ਨੀ ਕਹਿੰਦੀ ਦਿੱਲੀ ਨੀ ਅੰਨਦਾਤੇ ਨੂੰ ਅੱਤਵਾਦੀ ਕਿਉਂ ਕਹਿੰਦੀ ਦਿੱਲੀ ਨੀ ਪੁੱਤਾਂ ਵਾਂਗੂ ਪਾਲ ਕੇ ਫਸਲਾਂ ਕਰਦੀ ਆ ਖੇਤੀ
ਵਿੱਚ ਉਗਾਉਂਦੇ ਨੇ ਫਸਲਾਂ ਨੀ ਹਾਲੇ ਤਾਂ ਇਹ ਖੇਤਾਂ ਵਿੱਚ ਉਗਾਉਂਦੇ ਨੇ ਫਸਲਾਂ ਨੀ ਕਿਤੇ ਬੰਦੂਕਾਂ ਬੀਜ ਨਾ ਦੇਵਣ ਆਉਂਦੀਆਂ ਨਸਲਾਂ ਨੀ ਕਾਲੇ ਕਾਨੂੰਨ ਤੂੰ ਵਾਪਸ ਕਿਉਂ ਨਹੀਂ ਲੈਂਦੀ ਦਿੱਲੀਏ ਅੰਨਦਾਤੇ ਨੂੰ ਅੱਤਵਾਦੀ ਕਿਉਂ ਕਹਿੰਦੀ ਦਿੱਲੀਏ ਨੀ ਅੰਨਦਾਤੇ ਨੂੰ ਅੱਤਵਾਦੀ ਕਿਉਂ ਕਹਿੰਦੀ ਦਿੱਲੀਏ ਨੀ ਕਾਲੇ ਕਾਨੂੰਨ ਤੂੰ ਵਾਪਸ ਕਿਉਂ ਨਹੀਂ ਲੈਂਦੀ ਦਿੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਖਿਲਾਫਤ ਇਸ ਤਰ੍ਹਾਂ ਦੀ ਹਾਕਮਾਂ ਤੂੰ ਵੇਖੀ ਨਹੀਂ ਹੋਣੀ। ਕਵੀ ਕਿਸਾਨ ਕਿਰਤੀ ਸਭ ਵਿਰੋਧੀ ਹੋ ਗਏ ਤੇਰੇ। ਖਿਲਾਫਤ ਇਸ ਤਰ੍ਹਾਂ ਦੀ ਹਾਕਮਾਂ ਤੂੰ ਵੇਖੀ ਨਹੀਂ ਹੋਣੀ। ਇਹ ਜਪਦੇ ਨੇ ਨਾਮ, ਇਹ ਜਪਦੇ ਨੇ ਬਾਬੇ ਨਾਨਕ ਦੀ ਬਾਣੀ ਤੇਰੀਆਂ ਵਿਛਾੜਾਂ ਦੇ ਥੱਲੇ। ਇਬਾਦਤ ਇਸ ਤਰ੍ਹਾਂ ਦੀ ਹਾਕਮਾਂ ਤੂੰ ਵੇਖੀ ਨਹੀਂ ਹੋਣੀ। ਇਬਾਦਤ ਇਸ ਤਰ੍ਹਾਂ ਦੀ ਹਾਕਮਾਂ ਤੂੰ ਵੇਖੀ ਨਹੀਂ ਹੋਣੀ। ਸਤਿ ਸ੍ਰੀ ਅਕਾਲ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ। ਅੰਨਦਾਤਾ, ਕਿਸਾਨ ਅੰਨਦਾਤਾ ਸੀ ਤੇ ਅੰਨਦਾਤਾ ਹੈ ਤੇ ਅੰਨਦਾਤਾ ਹੀ ਰਹੂਗਾ ਜੀ ਅਸੀਂ ਇਕਮੁੱਠ ਹੋ ਜਾਈਏ। ਇਕਮੁੱਠ ਹੋ ਕੇ ਸਾਰਿਆਂ ਨੇ ਲੜਨਾ ਹੈ ਤੇ ਸਾਰਿਆਂ ਨੇ ਆਪੋ ਆਪਣਾ ਯੋਗਦਾਨ ਪਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਥੇ ਸਾਰੇ ਇਕੱਠੇ ਵੀਰ ਹੋਣ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਵੀਰ ਜੀਆਂ ਨੇ ਹੁਣੇ ਗੱਲ ਕੀਤੀ ਕਿ ਝੰਡਾ ਚੜਾ ਦਿੱਤਾ। ਜਿੱਦਣ ਚੈਨਾ ਵੱਲ ਨੂੰ ਤੋਰਨਾ ਹੁੰਦਾ ਉਦੋਂ ਤੇ ਕਹਿੰਦੇ ਕਿ ਪਹਿਲਾਂ ਨਿਸ਼ਾਨ ਸਾਹਿਬ ਲਾਓ ਗੱਡੀਆਂ ਤੇ ਫੇਰ ਤੋਰੋ, ਤੇ ਜੇ ਉੱਥੇ ਲਾਲ ਕਿਲੇ ਤੇ ਚੜ ਗਏ ਤੇ ਫੇਰ ਕੀ ਹਨੇਰ ਆ ਗਿਆ ਕਿ ਜਦੋਂ ਤੁਹਾਨੂੰ ਜ਼ਰੂਰਤ ਵਾ ਉਦੋਂ ਨਿਸ਼ਾਨ ਸਾਹਿਬ ਵਰਤੋ, ਜਦੋਂ ਅਸੀਂ ਚੜਾਤਾ ਫੇਰ ਉਹ ਖਾਲਿਸਤਾਨ ਹੋ ਗਿਆ। ਇਸ ਕਰਕੇ ਜੇ ਚੜ ਗਿਆ ਤੇ ਕੋਈ ਹਨੇਰੀ ਨਹੀਂ ਆ ਗਈ, ਕਿਉਂਕਿ ਇਹ ਆਪਣੇ ਲੋੜ ਵਾਸਤੇ ਇਹ ਵਰਤਦੇ ਆ। ਉਦੋਂ ਨਿਸ਼ਾਨ ਸਾਹਿਬ ਆ, ਜਿੱਦਣ ਅਸੀਂ ਚੜਾਤਾ ਉਦੋਂ ਉਹ ਖਾਲਿਸਤਾਨ ਹੋ ਗਿਆ। ਇਸ ਕਰਕੇ ਇਹ ਸਰਕਾਰ ਦੀਆਂ ਨੀਤੀਆਂ ਨੂੰ ਆਪਾਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਆ। ਮੇਰੇ ਤੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਦੱਸ ਦਿੱਤਾ। ਇਹ ਲੋਟੂ ਸਰਕਾਰ ਨੇ ਅਬਾਨੀਆਂ ਅਡਾਨੀਆਂ ਨੂੰ ਲਾਭ ਪਹੁੰਚਾਉਣ ਦੇ ਵਾਸਤੇ ਜਿਹੜਾ ਕਾਲੇ ਕਾਨੂੰਨ ਬਣਾਏ ਆ, ਨਾ ਹੀ ਤੇ ਅਸੀਂ ਇਹ ਪਾਸ ਹੋਣ ਦੇਣੇ ਆ ਤੇ ਨਾ ਹੀ ਹੋਣਗੇ। ਅਤੇ ਮੈਂ ਸਾਰਿਆਂ ਹੀ ਵੀਰਾਂ ਨੂੰ, ਸਾਰੀਆਂ ਪੰਚਾਇਤਾਂ ਨੂੰ, ਸਾਰਿਆਂ ਮੋਹਤਬਰਾਂ ਦੇ ਇਲਾਕੇ ਦੇ ਨੂੰ ਇਹੋ ਬੇਨਤੀ ਕਰਦਾ ਕਿ ਅੱਜ ਪਾਰਟੀਆਂ ਦਾ ਮਸਲਾ ਨਹੀਂ, ਅੱਜ ਕੋਈ ਹੋਰ ਮਸਲਾ ਨਹੀਂ, ਅੱਜ ਮਸਲਾ ਸਾਰਿਆਂ ਦੀ ਰੋਟੀ ਦਾ। ਇਹ ਸਾਨੂੰ ਕੋਈ ਸ਼ੌਂਕ ਨਹੀਂ, ਆ ਸਾਡੇ ਕਿਸਾਨ ਵੀਰਾਂ ਨੂੰ ਜਾਂ ਸਾਡੇ ਕਿਸੇ ਵੀਰਾਂ ਨੂੰ ਇਹ ਸ਼ੌਂਕ ਨਹੀਂ ਕਿ ਇੱਥੇ ਚਾਹ ਪੀਂਦੀ ਏਦਾਂ ਚਾਹ ਪੀਂਦੇ ਸੀ। ਇਹ ਸਾਨੂੰ, ਸਾਡੇ ਭਰਾਵਾਂ ਨੂੰ, ਸਾਨੂੰ ਇਹ ਸ਼ੌਂਕ ਨਹੀਂ ਕਿ ਏਦਾਂ ਬਹਿ ਕੇ ਪੀਏ। ਇਹ ਸਰਕਾਰ ਨੇ ਸਾਨੂੰ ਮਜਬੂਰ ਕਰਤਾ, ਸਾਡੀ ਰੋਟੀ ਦਾ ਮਸਲਾ ਤਾਂ ਸਾਨੂੰ ਬਹਿਣਾ ਪਿਆ। ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਇਹੋ ਕਰਾਂਗੇ, ਅਸੀਂ ਪਿੰਡ ਦੇ ਵਿੱਚ ਇਕੱਠ ਕਰਕੇ ਪਰਸੋਂ ਚੌਥ ਇੱਕ ਮਤਾ ਪਾ ਦਿੱਤਾ। ਮੈਂ ਸਾਰਿਆਂ ਨੂੰ ਇਹੋ ਕਹੂੰਗਾ ਵੀਰਾਂ ਨੂੰ ਕਿ ਇਸੇ ਤਰ੍ਹਾਂ ਮਤਾ ਪਾ ਦਿੱਤਾ ਜਾਵੇ। ਅਸੀਂ 7 ਤਰੀਕ ਨੂੰ ਇੱਥੋਂ ਹੀ ਦਾਣਾ ਮੰਡੀ ਤੋਂ ਪਹਿਲਾ ਜਥਾ ਜਿਹੜਾ ਉਹ ਰਵਾਨਾ ਕਰਨਾ, ਤੇ ਸਾਰੇ ਹੀ ਇਸੇ ਤਰੀਕੇ ਦੇ ਨਾਲ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਯੋਗਦਾਨ, ਹਰ ਇੱਕ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਵਾ। ਇੰਨਾ ਕੁਝ ਹੀ ਕਹਿੰਦਾ ਆ ਖੇਮਾ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਪੰਚ ਸਰਬਜੀਤ ਸਿੰਘ ਜੀ ਖਾਨਪੁਰ, ਜਿਨ੍ਹਾਂ ਨੇ ਆਪਣੇ ਸ਼ੌਰਟ ਸ਼ਬਦ ਦੇ ਵਿੱਚ ਵਿਚਾਰ ਸਾਂਝੇ ਕੀਤੇ। ਹੁਣ ਇਹਨਾਂ ਤੋਂ ਬਾਅਦ ਗੁਰਕੀਰਤਨ ਸਿੰਘ ਜੀ ਸੇਰੋਂ ਬਾਘਾ, ਉਹ ਵੀਰ ਦੇ ਚਰਨਾਂ 'ਚ ਬੇਨਤੀ ਹੈ ਕਿ ਉਹਨਾਂ ਨੇ ਕੋਈ ਗੋਦੀ ਮੀਡੀਆ ਬਾਰੇ ਕੋਈ ਕਵਿਤਾ ਲਿਖੀ ਹੈ, ਉਹ ਗੋਦੀ ਮੀਡੀਆ ਬਾਰੇ ਕਵਿਤਾ ਆਪ ਜੀ ਨੂੰ ਸੁਣਾਉਣਗੇ। ਗੁਰਕੀਰਤਨ ਸਿੰਘ ਜੀ ਸੇਰੋਂ ਬਾਘਾ। ਡਰਦੀਆਂ ਗਾਟੀਆਂ ਸੜਕਾਂ ਗਾਟਾ ਚਾਰ ਸਵੇਰਾ, ਬਈ ਜੱਟਾਂ ਦੇ ਪੁੱਤ ਰੁੜਦੇ ਫਿਰਦੇ, ਉਹ ਜੱਟਾਂ ਦੇ ਪੁੱਤ ਰੁੜਦੇ ਫਿਰਦੇ, ਮੋਦੀ ਅਤਾ ਪਤਾ ਨਾ ਤੇਰਾ। ਉਹ ਦਿੱਲੀ ਜਿੱਤਣੀ ਝੱਟ ਜੱਟਾਂ ਨੇ, ਉਹ ਦਿੱਲੀ ਜਿੱਤਣੀ ਝੱਟ ਜੱਟਾਂ ਨੇ, ਜਦ ਹੋ ਗਿਆ ਡਾਂਗ ਤੇ ਡੇਰਾ, ਪੜਨੇ ਪਾ ਦਾਂਗੇ ਆ ਗੋਦੀ ਮੀਡੀਆ ਤੇਰਾ, ਪੜਨੇ ਪਾ ਦਾਂਗੇ ਆ ਗੋਦੀ ਮੀਡੀਆ ਤੇਰਾ।
चुपचाप हाँ बैठे हो चुपचाप हाँ बैठे साडा होश भुलानी ना महंगा तैनू पैना नी साडा देश जगानी ना हो महंगा तैनू पैना नी साडा देश जगानी ना हो मौत आ सानू प्यारी असी पोरा भी डरदे ना मौत आ सानू प्यारी असी पोरा भी डरदे ना हथी फड़ के मारना वा ਤੁਹਾਡੇ ਹੱਥੋਂ ਮਰਨਾ ਇਹਨੇ ਤੁਹਾਡੇ ਹੱਥੋਂ ਮਾਰੋ ਤੁਹਾਡੇ ਹੱਥੋਂ ਜਿਹੜਾ ਤੁਸੀਂ ਜੋਦੇ ਆ ਕੇ ਆ ਜੇ ਨਾ ਤੁਹਾਡੇ ਵੀਰਾਂ ਦੀ ਕੋਈ ਚਾਲ ਚਲੀ ਨਹੀਂ ਜਾਣੀ ਪਹਿਲਾਂ ਆਪਾਂ ਕਹਿੰਦੇ ਇਹਨਾਂ ਨੂੰ ਕਿ ਸਾਡੇ ਕੋਲ ਇਹ ਸਾਂਭੇ ਨਹੀਂ ਜਾਣੇ ਜਿਹੜੇ ਕਿਸਾਨ ਭਰਾ ਸਾਡੇ ਹੁਣੇ ਨਹੀਂ ਮੁੜ ਕੇ ਇਹ ਝੰਡਾ ਚੜਾਤਾ ਸਾਡੇ ਵੀਰਾਂ ਨੇ ਇਹਨੂੰ ਕੀ ਦੁੱਖ ਆਇਆ ਇਹਨੂੰ ਕੋਈ ਦੁੱਖ ਕੀ ਆਇਆ ਸੋਬ ਨੂੰ ਇਹਨੇ ਹੋਰ ਕਰਦੇ ਕੰਮ ਝੰਡਾ ਚਾੜਤਾ ਇਹਨਾਂ ਨੇ ਝੰਡਾ ਚੜਾਉਣਾ ਸਾਨੂੰ ਕੀ ਪਤਾ ਕਿਹਨੇ ਕਹਿਣਾ ਕਿਹਨੇ ਨਹੀਂ ਚਾੜਿਆ ਤੇ ਚਾੜ ਕੇ ਕੋਈ ਲੋੜਾ ਨਹੀਂ ਆ ਗਿਆ ਤੇ ਵੀਰ ਜੀ ਬਹੁਤ ਵਧੀਆ ਹੋ ਗਿਆ ਵਾ ਸਠਿਆਲਾ ਵਿਖੇ ਜਲੰਧਰ ਬਟਾਲਾ ਹਾਈਵੇ ਤੇ ਇੱਕ ਬਹੁਤ ਭਾਰੀ ਜਾਮ ਕੀਤਾ ਹੋਇਆ ਹੈ 6 ਫਰਵਰੀ ਨੂੰ ਜਿਹੜਾ ਵੱਡਾ ਐਲਾਨ ਕੀਤਾ ਜਥੇਬੰਦੀਆਂ ਨੂੰ 12 ਤੋਂ 3 ਵਜੇ ਤੱਕ ਜਿਹੜਾ ਇਹ ਵੱਡਾ ਜਾਮ ਜਿਹੜਾ ਇਹ ਰੱਖਿਆ ਜਾਣਾ ਲੋਕਾਂ ਨੂੰ ਇੱਥੇ ਕਾਫੀ ਪਰੇਸ਼ਾਨੀਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਪਰ ਇਹ ਮੰਗਾਂ ਲਈ ਆਪਣੇ ਲਈ ਮੌਜੂਦ ਨੇ ਲੋਕ ਆਓ ਮੈਂ ਇਹ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਸਾਰਾ ਦਿਖਾਓ ਕਿ ਇਹ ਅੱਜ ਲੋਕ ਬੈਠੇ ਹੋਏ ਨੇ ਮਜਬੂਰਨ ਲੋਕ ਬੈਠੇ ਹੋਏ ਨੇ ਕਿਉਂਕਿ ਇਹਨਾਂ ਦੇ ਜਿਹੜੇ ਆ ਕਾਲੇ ਕਾਨੂੰਨ ਆ ਉਹਨਾਂ ਦਾ ਵਿਰੋਧ ਔਰਤਾਂ ਦਾ ਵੀ ਬੜਾ ਵੱਡਾ ਜਿਹੜਾ ਉਹ ਰਾਜ ਹੈ ਕਿ ਉਹ ਬੜੇ ਵੱਡੇ ਜਿਹੜੇ ਇੱਥੇ ਰੋਸ ਕੀਤਾ ਹੋਇਆ ਲੋਕਾਂ ਵੱਲੋਂ ਇੱਥੇ ਜਿਹੜੇ ਬੜਾ ਜਜ਼ਬਾ ਹੈ ਉਹਨਾਂ ਦੇ ਵਿੱਚ ਕਿਉਂਕਿ ਜਿਹੜੇ ਮੋਦੀ ਸਰਕਾਰ ਹੈ ਬਹੁਤ ਵੱਡਾ ਜਿਹੜਾ ਉਹ ਲੋਕਾਂ ਨਾਲ ਕਿਸਾਨਾਂ ਨਾਲ ਧੱਕਾ ਕਰ ਰਹੇ ਨੇ ਮੈਂ ਜੋ ਪੰਜਾਬ ਨੇ ਸੰਘਰਸ਼ ਆਗੂਆਂ ਦੇ ਨਾਲ ਕੁਝ ਗੱਲਬਾਤ ਕਰਾਂਗੇ ਭਾਵੇਂ ਕਿ ਪਰੇਸ਼ਾਨੀਆਂ ਆਈਆਂ ਨੇ ਪਰ ਉਹਨਾਂ ਦਾ ਇਹ ਵਿਚਾਰ ਹੈ ਕਿ ਆਓ ਸਾਡੇ ਕੋਲ ਮੌਜੂਦ ਨੇ ਕੁਝ ਕਿਸਾਨ ਆਗੂ ਕਿ ਆਓ ਜਿਹੜੇ ਸ਼੍ਰੀਮਾਨ ਜੀ ਕਾਲੇ ਕਾਨੂੰਨ ਉਹਨਾਂ ਸੰਬੰਧੀ ਇਹ ਅੱਜ ਧਰਨਾ ਲਾਇਆ ਇਹਦੇ ਬਾਰੇ ਤੁਸੀਂ ਇਹ ਕੀ ਕਹਿਣਾ ਚਾਹੋਗੇ ਅਸੀਂ ਜੀ ਕਹਿਣਾ ਚਾਹੁੰਦੇ ਇਹ ਆ ਕਿ ਜੋ ਸਾਡੀ ਸੈਂਟਰ ਸਰਕਾਰ ਇਸ ਵੇਲੇ ਮੋਦੀ ਸਾਹਿਬ ਨੇ ਆ ਇਹ ਸਭ ਕੁਝ ਜਾਣਦੇ ਹੋਏ ਵੱਡੇ ਸਰਮਾਏਦਾਰ ਦਾਨੀ ਬਾਨੀ ਉਹਨਾਂ ਹੱਥੀਂ ਵੇਖੇ ਸਾਡੇ ਹਿੰਦੁਸਤਾਨ ਦਾ ਬੇੜਾ ਗਰਕ ਕਰਨ ਨੂੰ ਫਿਰਦੇ ਆ ਸਾਡੀ ਇਹਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਇਹਨਾਂ ਨਾਲ ਕਿ ਜਾਂ ਅਸੀਂ ਦੁਸ਼ਮਣੇ ਦੇ ਇਹਨੂੰ ਅਸੀਂ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਬਣਾਇਆ ਵਾ ਪਰ ਇਹਦੇ ਦਿਮਾਗ ਦੇ ਵਿੱਚ ਉਹ ਪ੍ਰਧਾਨ ਮੰਤਰੀ ਵਾਲਾ ਕੋਈ ਰੋਲ ਨਹੀਂਗਾ ਇਹਦੇ ਵਿੱਚ ਤਾਂ ਗੁੰਡਿਆਂ ਵਾਲਾ ਰਹਿ ਗਿਆ ਕੋਈ ਇਹਨੇ ਚਾਹ ਨਹੀਂ ਵੇਚੀ ਬਿਲਕੁਲ ਗਲਤ ਆ ਮੇਰੇ ਸਾਹਮਣੇ ਗੱਲ ਕਰੇ ਕਿਹੜੇ ਸਟੇਸ਼ਨ ਚਾਹ ਵੇਚੀ ਇਹਨੇ ਜਿਹੜੇ ਸਟੇਸ਼ਨ ਦਾ ਨਾਂ ਲੈਂਦਾ ਉਹ ਟਾਈਮ ਦਾ ਸਟੇਸ਼ਨ ਬਣਿਆ ਨਹੀਂ ਉੱਥੇ ਦਾ ਮੈਂ ਗੁਜਰਾਤ ਦਾ ਕੋਣਾ ਫਿਰਿਆ ਡਰਾਈਵਰ ਵਾਂ ਸੋ ਗੱਲ ਇੱਦਾਂ ਗਲਤੀਆਂ ਇਨਸਾਨ ਕੋ ਹੁੰਦੀਆਂ ਫਿਰ ਵੀ 5 ਮਹੀਨੇ ਹੋ ਗਏ ਦਿਨ ਰਾਤ ਬਜ਼ੁਰਗ ਮਾਤਾਵਾਂ ਦਿੱਲੀ ਦੇ ਬਾਰਡਰ ਜਾਂ ਪੰਜਾਬ ਦੇ ਵਿੱਚ ਬੈਠੇ ਧੁੱਪ ਸਾਂ ਕੱਟਣ ਡੇ ਆ ਸੋ ਮੋਦੀ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਮੋਦੀ ਸਾਹਿਬ ਅਜੇ ਸੁਧਰ ਜਾ ਡੁੱਲੇ ਬਿਨਾਂ ਕੁਝ ਨਹੀਂ ਵਿੜਿਆ ਇਹਨਾਂ ਕਹਿੰਦਾ ਮੈਂ ਇਹਨਾਂ ਸਮਝਾ ਰਿਹਾ ਹੋਰ ਵੀ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ ਤੁਸੀਂ ਇਹਨਾਂ ਬਾਰੇ ਅੱਜ ਜਿਹੜਾ ਜਾਮ ਲੱਗਾ ਲੋਕਾਂ ਨੂੰ ਪਰੇਸ਼ਾਨੀ ਆਈ ਹੈ ਉਹਨਾਂ ਬਾਰੇ ਕੀ ਕਰਨੀ ਕਹਿਣਾ ਅਸੀਂ ਤੇ ਕਹਿੰਦੇ ਵੀ ਇਹ ਜਿਹੜੇ ਕਾਲੇ ਕਾਨੂੰਨ ਇਹ ਵਾਪਸ ਹੋਣੇ ਚਾਹੀਦੇ ਆ ਇਹਦੇ ਨਾਲ ਕਿਸਾਨਾਂ ਦਾ ਤਾਂ ਹੈ ਹੀ ਹੈ ਸਭ ਤੋਂ ਪਹਿਲਾਂ ਗਰੀਬ ਜਨਤਾ ਮਰਨੀ ਆ ਜਦੋਂ ਅਨਾਜ ਕਿਸਾਨਾਂ ਦੇ ਨਾਲ ਖਰੀਦਿਆ ਨਾ ਗਵਰਨਮੈਂਟ ਨੇ ਖਰੀਦਿਆ ਨਾ ਗਵਰਨਮੈਂਟ ਨੇ ਜਦੋਂ ਖਰੀਦਿਆ ਨਾ ਦੂਜਿਆਂ ਕੋਲ ਜਦੋਂ ਜਾਂਦਾ ਰਿਹਾ ਉਹਨਾਂ ਦੇ ਗਡਾਊਨ ਭਰ ਗਏ ਉਹਨਾਂ ਨੇ ਆਪਣੀ ਮਰਜ਼ੀ ਨਾਲ ਵੇਚਣਾ ਤੇ ਗਰੀਬਾਂ ਦੇ ਸਭ ਤੋਂ ਪਹਿਲਾਂ ਅਸਰ ਪੈਣਾ ਉਹਨਾਂ ਨੇ ਜਮ੍ਹਾਂ ਕਰਕੇ ਤੇ ਜਿਹੜਾ ਆਪਣੀ ਮਰਜ਼ੀ ਨਾਲ ਵੇਚਣਾ ਬਾਬਾ ਜੀ ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ ਖਾਨਪੁਰ ਤੋਂ ਆਏ ਆ ਪੰਚਾਇਤ ਸਮੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਮੋਦੀ ਕਾਨੂੰਨ ਲਿਆ ਵਾ ਇਹ ਬਹੁਤ ਹੀ ਘਾਤਕ ਆ ਇਹ ਰਾਜਾ ਇੱਕ ਮਾਂ ਹੁੰਦਾ ਵਾ ਦੇਸ਼ ਦੀ ਤੇ ਇਹਨੇ ਦੇਸ਼ ਵੇਚਣਾ ਸ਼ੁਰੂ ਕਰਤਾ ਵਾ ਇਹ ਦੇਸ਼ ਲੋਕਾਂ ਦੇ ਹੱਥ ਫੜਾ ਰਿਹਾ ਵਾ ਅਸੀਂ ਇਹ ਕਾਨੂੰਨ ਨਹੀਂ ਚੱਲਣ ਦਿਆਂਗੇ ਕਾਨੂੰਨ ਦੇ ਵਾਪਸ ਕਰਾ ਕੇ ਰਵਾਂਗੇ ਤੇ ਇਹ ਕਾਨੂੰਨ ਸਾਡੇ ਵਾਸਤੇ ਬਹੁਤ ਘਾਤਕ ਹੈ ਕਾਨੂੰਨ ਨਹੀਂ ਰਹਿਣ ਦਿਆਂਗੇ ਸੋ ਇਹਨਾਂ 'ਚ ਵੱਡਾ ਜਜ਼ਬਾ ਹੈ ਕਿ ਕਾਨੂੰਨ ਜਿਹੜੇ ਉਹ ਰੱਦ ਕਰਾ ਕੇ ਰਹਿਣਗੇ ਸਾਡੇ ਨਾਲ ਅਕਾਲੀ ਆਗੂ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮੌਜੂਦ ਨੇ ਆਓ ਉਹਨਾਂ ਦਾ ਵਿਚਾਰ 1 ਮਿੰਟ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੋ ਇਹ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਆ ਇਹਨੂੰ ਹਰਾ ਕੇ ਵਾਪਸ ਲੈਣੇ ਹੀ ਪੈਣੇ ਆ
ਇੱਥੇ ਕਈ ਰਾਜੇ ਮਹਾਰਾਜੇ ਆਏ, ਅਹਿਮਦ ਸਾਹਿਬ ਦਾਲੀ ਵਰਗੇ ਆਏ, ਉਹ ਵੀ ਇੱਥੋਂ ਕੂਚ ਕਰਕੇ ਤੇ ਮੋਦੀ ਨੇ ਵੀ ਇੱਕ ਦਿਨ ਕੂਚ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਪ੍ਰਧਾਨ ਸਾਹਿਬ ਮੌਜੂਦ ਨੇ, ਉਹ ਵੀ 1 ਮਿੰਟ ਲਈ। 1 ਮਿੰਟ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪਿੰਡ ਖਾਨਪੁਰ ਜ਼ੋਨ ਬਾਬਾ ਬਕਾਲਾ ਦਾ ਪ੍ਰਧਾਨ। ਵੀਰੋ ਜਿਹੜਾ ਇਹ ਮੋਦੀ ਆ ਨਾ, ਇਹ ਹਿਸਾਬ ਲਓ ਆਪ ਨੂੰ ਫਕੀਰ ਕਹਿੰਦਾ, ਇਹ ਕਿਹੜੇ ਪੱਖੋਂ ਫਕੀਰ ਆ ਵੀਰੋ? ਇਹਦੇ ਜੋ ਕਾਨੂੰਨ ਲਿਆ ਰਿਹਾ ਇੱਕ ਮੌਤ ਦੇ ਵਾਰੰਟ ਲਿਆ ਰਿਹਾ। ਇਹ ਨੋਟਬੰਦੀ ਵੇਖ ਲਓ, ਉਹਦੇ ਵਿੱਚ ਵੀ ਮੌਤਾਂ ਆਈਆਂ। ਜੇ GST ਲਾ ਲਓ, ਉਹਦੇ ਵਿੱਚ ਵੀ ਕਈ ਜਿਹੜੇ ਵਪਾਰੀਆਂ ਨੇ ਮੌਤਾਂ ਕੀਤੀਆਂ, ਆਪਣੇ ਪਰਿਵਾਰ ਸਮੇਤ ਵੀ ਕਈ ਮਰੇ ਆ। ਤੇ ਆਹ ਆਰਡੀਨੈਂਸ ਲਿਆਏ 3, ਇਹਦੇ ਵਿੱਚ ਵੀ ਵੇਖੋ ਅਜੇ ਸਿੱਧਾ ਜਿਹੜੀਆਂ ਮੌਤਾਂ ਤੇ ਜਿਹੜੀ ਆ ਰੋਕਥਾਮ ਥੰਮ ਨਹੀਂ ਹੋਈ, ਕਿਉਂਕਿ ਅਜੇ ਵੀ ਲੋਕ ਸੰਘਰਸ਼ 'ਚ ਆਪਣਾ ਸਾਥ ਦੇ ਰਹੇ ਆ। ਬਾਕੀ ਅਸੀਂ ਇਹੋ ਕਹਿੰਦੇ ਆ ਕਿ ਸਿੱਖਾਂ ਦਾ ਇਤਿਹਾਸ ਜਿਹੜਾ ਤੁਸੀਂ ਪੁਰਾਣਾ ਵੇਖ ਲਓ, ਇਹ ਹੱਥ ਦੇ ਉੱਤੇ ਵੀ ਆਪਣੀ ਹੋਣੀ ਨੂੰ ਸੱਚ ਦੇ ਵਿਖਾਲਿਆ। ਇਹ ਜ਼ਿੰਦਗੀ ਮੌਤ ਨੂੰ ਲੈ ਕੇ ਬਾਬਾ ਦੀਪ ਸਿੰਘ ਤੁਰਿਆ, ਉਹਨੇ ਹੋਣੀ ਨੂੰ ਵੀ ਪਛਾਣ ਕੀਤਾ। ਇਹ ਸੱਚਾ ਸੰਘਰਸ਼ ਆ, ਇਹ ਜਿੱਤ ਹੋਣੀ ਆ। ਮੋਦੀ ਤੂੰ ਪਛਾਣ ਮੋੜਿਆ, ਇੰਨੀਆਂ ਗੱਲਾਂ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਬਾਬਾ ਜੀ ਮੌਜੂਦ ਨੇ, ਉਸ ਬਾਰੇ ਕੁਝ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿਸਾਨੀ ਜੋ ਮੋਰਚਾ ਚੱਲ ਰਿਹਾ ਹੈ, ਇਹ ਗੁਰੂ ਕੀ ਫੌਜ ਆ, ਇਹ ਆਪਣਾ ਹੱਕ ਸੱਚ ਲੈ ਕੇ ਰਹੇਗੀ। ਜੋ ਵੀ ਹੈ ਇਹ ਚੜ੍ਹਦੀ ਕਲਾ 'ਚ ਸੰਗਤ ਰਹੇਗੀ, ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਹੋਵੇਗੀ। ਤੇ ਸਾਡੀ ਹੱਕ ਸੱਚ ਦੀ ਲੜਾਈ ਆ, ਜ਼ਰੂਰ ਲੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਕਾਲੇ ਕਾਨੂੰਨ ਤਿੰਨੇ ਰੱਦ ਕਰਾਉਣ ਤੋਂ ਬਗੈਰ ਸਾਡੀ ਜਿੰਨੀ ਵੀ ਸੰਗਤ ਦਿੱਲੀ ਬੈਠੀ ਹੈ, ਉਹਨਾਂ ਚਿਰ ਨਾ ਉੱਠਣਾ, ਭਾਵੇਂ ਆਪਣੇ ਸਾਡੇ ਸ਼ੀਸ਼ ਲਾ ਜਾਣ, ਅਸੀਂ ਪਿੱਛੇ ਨਹੀਂ ਹਟਣ ਵਾਲੇ। ਸਾਡੇ ਇਹ ਮਜ਼ਦੂਰ ਸੰਘਰਸ਼ ਕਿਸਾਨ ਜਿਹੜੇ ਆ ਸਾਰੇ ਪਿੱਛੇ ਨਹੀਂ ਹਟਣ ਵਾਲੇ। ਇਹਨਾਂ ਨੇ ਸਾਰਿਆਂ ਨੇ ਮਿਲ ਕੇ ਜਿਹੜਾ ਇੱਕ ਵੱਡਾ ਇੱਥੇ ਜਾਮ ਲੱਗਾ ਹੋਇਆ ਸਠਿਆਲਾ ਕਾਲਜ ਦੇ ਬਿਲਕੁਲ ਸਾਹਮਣੇ, ਬਟਾਲਾ ਤੇ ਜਲੰਧਰ ਹਾਈਵੇ ਦੇ ਉੱਤੇ, ਜਿਹੜਾ ਇਹ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਵੱਡਾ ਜਾਮ ਲੱਗਾ ਹੈ। ਇਸੇ ਹੀ ਸਾਰੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਦ ਨਹੀਂ ਸੀ ਉਸ ਵੇਲੇ ਗਵਰਨਰ ਰਾਜ ਪੈਦਾ ਹੋਇਆ ਭਾਰਤ ਦੇ ਵਿੱਚ, ਇਹਦੀਆਂ ਕਿਤਾਬਾਂ ਦੇ ਵਿੱਚ ਮੌਜੂਦ ਆ। ਗਵਰਨਰ ਦੇ ਵਿੱਚ ਲਾਰਡ ਡਲਹੌਜ਼ੀ ਨੇ ਰਾਜ ਬਹੁਤ ਵਧੀਆ ਕੀਤਾ, ਬੜੇ ਵਧੀਆ ਅੰਗਰੇਜ਼ ਉਸ ਵੇਲੇ ਹੋਏ ਜਿਨ੍ਹਾਂ ਨੇ ਬੜਾ ਵਿਕਾਸ ਕੀਤਾ। ਅੰਗਰੇਜ਼ ਸਰਕਾਰ ਨੇ ਇੱਕ ਗਲਤੀ ਕੀਤੀ ਉਸ ਵੇਲੇ, ਲਾਰਡ ਰਿਪਨ ਨਾਂ ਦਾ ਗਵਰਨਰ ਉਹਨਾਂ ਨੇ ਭਾਰਤ ਦੇ ਵਿੱਚ ਲਾਤਾ। ਇਹ ਗੱਲ ਉਹਨੇ ਆਉਂਦੇ ਨੇ ਜਿਹੜੇ ਫੈਸਲੇ ਨੇ, ਉਹਨੇ ਕਾਨੂੰਨ ਪਾਸ ਕਰਤੇ ਖੇਤੀ ਦੇ ਵਿਰੋਧ ਦੇ ਵਿੱਚ। ਉਹਨੇ ਮੀਡੀਆ ਤੇ ਪਾਬੰਦੀ ਲਾਤੀ। ਦੇਖੋ ਉਸ ਵੇਲੇ ਲੋਕ ਜਾਂ ਤਾਂ ਹਿੰਦੀ ਪੜ੍ਹਦੇ ਸੀ ਤੇ ਜਾਂ ਉਰਦੂ। ਉਹਨੇ ਉਰਦੂ ਅਤੇ ਹਿੰਦੀ ਦੇ ਮੀਡੀਆ ਤੇ ਪਾਬੰਦੀ ਲਾ ਕੇ ਅੰਗਰੇਜ਼ੀ ਅਖਬਾਰਾਂ ਛਾਪਣੀਆਂ ਸ਼ੁਰੂ ਕਰਤੀਆਂ। ਉਸਨੇ ਕੋਈ ਪ੍ਰੋਟੈਸਟ ਕਰਕੇ ਪਾਬੰਦੀ ਲਾ ਕੇ ਉਹਨੇ ਪੂਰਾ ਆਪਣਾ ਜ਼ੋਰ ਹੋਇਆ। ਜੇ ਲਾਰਡ ਰਿਪਨ ਨਾ ਆਉਂਦਾ ਤਾਂ ਹੋ ਸਕਦਾ ਹੈ ਅੰਗਰੇਜ਼ 40-50 ਸਾਲ ਰਾਜ ਹੋਰ ਕਰ ਜਾਂਦੇ, ਪਰ ਉਹਦੇ ਫੈਸਲੇ ਉਹਨੂੰ ਲੈ ਕੇ ਜਾਵੇ ਤੇ ਤੁਸੀਂ ਨਿਰਾਸ਼ ਨਾ ਹੋਵੋ। ਇਹ ਸਮਝ ਲਓ ਕਿ ਨਰਿੰਦਰ ਮੋਦੀ ਦੂਜਾ ਲਾਰਡ ਰਿਪਨ ਆ। ਇਹ ਜਿਹੜੇ ਫੈਸਲੇ ਲੈ ਕੇ ਲੈਂਦਾ ਪਿਆ ਆ, ਉਸ ਵੇਲੇ ਵੀ ਇਸੇ ਤਰੀਕੇ ਨਾਲ ਸੰਘਰਸ਼ ਸ਼ੁਰੂ ਹੋਇਆ ਸੀ। ਉਸ ਵੇਲੇ ਵੀ ਇਸੇ ਤਰੀਕੇ ਨਾਲ ਲੋਕਾਂ ਨੇ ਸੜਕਾਂ ਘੇਰਨਾ ਸੀ। ਭਗਤ ਸਿੰਘ ਦੇ ਚਾਚੇ ਨੇ, ਭਗਤ ਸਿੰਘ ਦੇ ਪਿਓ ਨੇ ਸੰਘਰਸ਼ ਕੀਤਾ ਸੀ ਤੇ ਇਹ 9 ਮਹੀਨੇ ਸੰਘਰਸ਼ ਚੱਲਿਆ ਸੀ। ਸਾਡਾ ਸੰਘਰਸ਼ ਅਜੇ ਚੌਥੇ ਹਿੱਸੇ ਵਿੱਚ ਪਹੁੰਚਿਆ ਤਾਂ ਲੰਮੇ ਫੀਤਾ ਹੋ ਜਾਂਦੀ ਕਬੀਲਦਾਰੀ। ਤੇ ਜਦੋਂ ਦੰਦ ਇਤਫਾਕ ਦੀ ਖੋਲਾ ਜਾਏ, ਪਾਰ ਸਿਮਟ ਜਾਂਦੀ ਹਰਫ ਗਲਤ ਵਾਂਗੂ। ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ, ਉਹ ਕਦੇ ਬੁਝੀ ਨਹੀਂ ਧਰਮਾਂ ਦੀ ਅਮਰ ਜੋਤੀ। ਆਉਂਦੇ ਰਹੇ ਤੂਫਾਨ ਨੇ ਬੜੇ ਇੱਥੇ, ਕੱਚਾ ਇਸ਼ਕ ਨਹੀਂ ਸਾਡਾ ਮਰਜੂੜਿਆਂ ਦਾ। ਵੱਜੇ ਜੰਡਾ ਨਾਲ ਦੇਗਾਂ ਵਿੱਚ ਕੜੇ ਇੱਥੇ, ਆ ਰਹੇ ਨੱਚਵੇ
ਦੰਦਿਆਂ ਤੇ ਸਾਡੇ ਸਾਹਮਣੇ ਮੌਤ ਨਾ ਖੜੇ ਇੱਥੇ ਜਮ ਜਮ ਆਵੇ ਨਰੈਣ ਮਹੰਤ ਕੋਈ ਲਛਮਣ ਸਿੰਘ ਦਲੀਪ ਸਿੰਘ ਬੜੇ ਇੱਥੇ ਅੱਜ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦੇ ਹੋਏ ਕਿਸਾਨ ਭਰਾ ਸਾਡੀਆਂ ਭੈਣਾਂ ਮਾਤਾਵਾਂ ਚੱਕਾ ਜਾਮ ਇੱਥੇ ਅੱਜ ਕੀਤਾ ਹੋਇਆ। ਆਪਾਂ ਉਹ ਜੋ ਦਿੱਲੀ ਦੇ ਸਰਹੱਦਾਂ ਦੇ ਬਾਰਡਰਾਂ ਤੇ ਬੈਠੇ ਹੋਏ ਨੇ ਉਹਨਾਂ ਦਾ ਆਪਾਂ ਇੱਥੋਂ ਸਹਿਯੋਗ ਦੇ ਰਹੇ ਹਾਂ ਕਿ ਅਸੀਂ ਵੀ ਉਹਨਾਂ ਦੇ ਨਾਲ ਹੀ ਆ, ਕਿਉਂਕਿ ਇਹ ਕਰਦੇ ਵਾਕਈ ਟੱਪ ਹੋਈ ਆ ਤੇ ਬੜਾ ਵੱਡਾ ਇੱਕ ਇਹ ਸਹਿਯੋਗ ਹੈ ਆਪਣਾ ਕਿ ਆਪਾਂ ਆਪਣੇ ਹੱਕਾਂ ਵਾਸਤੇ ਇੱਥੇ ਬੈਠੇ ਆ, ਆਪਣੇ ਹੱਕਾਂ ਨੂੰ ਪੂਰਾ ਕਰਨ ਵਾਸਤੇ ਜੋ ਸਾਡਾ ਬਣਦਾ ਹੱਕ ਆ। ਕਈ ਸਾਲ ਨਾਰਾ ਇੱਕ ਬੁਲੰਦ ਹੁੰਦਾ ਕਿ ਸਾਡੇ ਹੱਕ ਇੱਥੇ ਰੱਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੈਨੂੰ ਦੱਸ ਕੇ ਆਇਆ ਹੋ ਜਾ ਕੈਮਨੀ, ਤੈਨੂੰ ਦੱਸ ਕੇ ਆਇਆ ਹੋ ਜਾ ਕੈਮਨੀ, ਤੇਰਾ ਕੱਢ ਕੇ ਜਾਵਾਂਗੇ ਸਾਰੇ ਵਹਿਮਨੀ, ਤੇਰੇ ਕੱਢ ਕੇ ਜਾਵਾਂਗੇ ਸਾਰੇ ਵਹਿਮਨੀ। ਤੇਰੇ ਮਨ ਚ ਨਾ ਰਹਿ ਜੇ ਕੋਈ ਸ਼ੱਕ, ਦਿੱਲੀਏ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀਏ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀਏ ਨੀ ਲੈ ਕੇ ਮੁੜਾਂਗੇ। ਅਸੀਂ ਸੋਚਿਆ ਸੀ ਆ ਜਾਏਗੀ ਤੂੰ ਬਾਜਨੀ, ਪਰ ਸੁਣੀ ਨਾ ਕਿਸਾਨਾਂ ਦੀ ਤੂੰ ਆਜਨੀ। ਅਸੀਂ ਸੋਚਿਆ ਸੀ ਆ ਜਾਏਗੀ ਤੂੰ ਬਾਜਨੀ, ਪਰ ਸੁਣੀ ਨਾ ਕਿਸਾਨਾਂ ਦੀ ਤੂੰ ਬਾਜਨੀ। ਪੈਗ ਮਰਦਿਆਂ ਨੂੰ ਚੱਪਣਾ ਅੱਖ, ਦਿੱਲੀਏ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀਏ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀਏ ਨੀ ਲੈ ਕੇ ਮੁੜਾਂਗੇ। ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ, ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ, ਅੱਕੇ ਹੋਏ ਰੂਹ ਨਾਲ ਭਰੇ ਆਉਂਦੇ ਨੇ, ਅੱਕੇ ਹੋਏ ਰੂਹ ਨਾਲ ਭਰੇ ਆਉਂਦੇ ਨੇ। ਮੇਲਾ ਵਿੱਚੋਂ ਨਿਕਲ ਕੇ ਤੱਕ, ਦਿੱਲੀਏ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀਏ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ, ਦਿੱਲੀਏ ਨੀ ਲੈ ਕੇ ਮੁੜਾਂਗੇ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਤਰਕਾਰ ਵੀ ਨੇ ਸਾਡੇ ਨਾਲ, ਸਾਰੇ ਹੀ ਸਹਿਯੋਗ ਦਿੰਦੇ ਨੇ। ਸਟੇਜ ਦੀ ਵੀ ਉਦੋਂ ਇਹਨਾਂ ਨੇ ਬੜੀ ਵੱਡੀ ਭੂਮਿਕਾ ਨਿਭਾਈ ਸੀ ਉੱਥੇ। ਹੁਣ ਮੈਂ ਅਗਲੇ ਬੁਲਾਰੇ ਜਗਤਾ